ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 22 ਤਰੀਕ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕਲੌਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-52-100 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪੋਪ ਫਰਾਂਸਿਸ ਉਹਨਾਂ ਦੀ ਜਿਹੜੀ ਬੋਡੀ ਆ ਉਹ ਓਪਨ ਕੌਫਿਨ ਦੇ ਵਿੱਚ ਰੱਖੀ ਗਈ ਹੈਗੀ ਆ ਵੈਟੀਕਨ ਦੇ ਵਿੱਚ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਜਿਹੜਾ ਚੈਪਲ ਆਫ ਦਾ ਕੈਸਾ ਸੈਂਟਾ ਮਾਰਟਾ ਕਰਕੇ ਆ ਉਹਨਾਂ ਦਾ ਫਾਰਮਰ ਰੈਜ਼ੀਡੈਂਸ, ਉੱਥੇ ਉਹਨਾਂ ਦੀ ਬੋਡੀ ਨੂੰ ਦੇਖਣ ਜਾ ਰਹੇ ਹੈਗੇ ਆ। ਸੋ ਉਹਨਾਂ ਦਾ ਜਿਹੜਾ ਫਿਊਨਰਲ ਆ ਉਹ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਕਰ ਦਿੱਤਾ ਜਾਊਗਾ। ਪੋਪ ਫਰਾਂਸਿਸ ਨੂੰ ਕਹਿੰਦੇ ਪਈ ਰੈੱਡ ਕੱਪੜਿਆਂ ਦੇ ਵਿੱਚ ਡਰੈਸ ਕੀਤਾ ਗਿਆ ਹੈਗਾ ਤੇ ਪੈਪਲ ਮਿਟਰੇ ਕਰਕੇ ਵੀਰ ਕਰ ਰਹੇ ਆ ਤੇ ਰੋਜ਼ਰੀ ਉਹਨਾਂ ਦੇ ਹੱਥ ਦੇ ਵਿੱਚ ਫੜਾਈ ਹੋਈ ਹੈਗੀ ਆ। ਸੋ ਉਸ ਤੋਂ ਬਾਅਦ ਜਿਹੜਾ ਨੈਕਸਟ ਪੋਪ ਹੋਊਗਾ ਉਹਨਾਂ ਨੂੰ ਜਿਹੜਾ ਚੁਣਿਆ ਜਾਊਗਾ। ਉਹਦੇ ਬਾਰੇ ਵੀ ਜਿਹੜੀ ਡਿਟੇਲ ਆ ਹਜੇ ਜ਼ਿਆਦਾ ਦੱਸੀ ਨਹੀਂ ਗਈ ਕਿ ਕਦੋਂ ਚੁਣਨਾ ਹੈਗਾ। ਵੈਟੀਕਨ ਸਿਟੀ ਜਿਹੜੀ ਆ ਇਹ ਪਰਮਾਨੈਂਟ ਸੀਟ ਆਫ ਦਾ ਪੋਪ ਆ। ਸੋ ਇੱਥੇ ਜਿਹੜੇ ਇਸ ਧਰਮ ਦੇ ਲੋਕ ਹੈਗੇ ਆ ਉਹ ਜਾਂਦੇ ਆ ਤੇ ਹੁਣ ਇਹ ਕਿਉਂਕਿ ਬੜੇ ਪੋਪੂਲਰ ਪੋਪ ਸੀਗੇ, ਖਾਸ ਕਰਕੇ ਸਪੈਨਿਸ਼ ਮੂਲ ਦੇ ਸੀਗੇ। ਸੋ ਇਹਨਾਂ ਦੀ ਜਿਹੜੇ ਸਪੈਨਿਸ਼ ਕੰਟਰੀ ਵਾਲੇ ਲੋਕ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਜਿਹੜੇ ਆਖਰੀ ਦਰਸ਼ਨ ਆ ਉਹ ਕਰਨ ਜਾ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਚਰਚਾ ਕਰਦੇ ਜਾਈਏ। ਮਲਟੀਪਲ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ। ਕੱਲ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਸ਼ੇਅਰ ਕੀਤੀ ਸੀ ਖਬਰ ਵੀ, ਜਿਹੜੇ ਪੀਟ ਹੈਗਸੈਥ ਆ ਉਹਨਾਂ ਨੂੰ ਲੈ ਕੇ ਉਹਨਾਂ ਦੀ ਡਿਫੈਂਸ ਜਿਹੜੀ ਸਕੱਤਰ ਦਾ ਜਿਹੜਾ ਅਹੁਦਾ ਆ ਉਸ ਨੂੰ ਹੋ ਸਕਦਾ ਵੀ ਕਹਿੰਦੇ ਵੀ ਰਿਪਲੇਸ ਕੀਤਾ ਜਾ ਸਕਦਾ। ਵਾਈਟ ਹਾਊਸ ਕਹਿੰਦੇ ਵੀ ਆਲਰੇਡੀ ਇਸ ਬਾਬਤ ਨਵੇਂ ਜਿਹੜੇ ਲੋਕ ਆ ਉਹਨਾਂ ਦੀ ਸ਼ਨਾਖਤ ਕਰ ਰਿਹਾ, ਪਛਾਣ ਕਰ ਰਿਹਾ ਵੀ ਇਹਨਾਂ ਨੂੰ ਰਿਪਲੇਸ ਕੀਤਾ ਜਾ ਸਕੇ। ਪੀਟ ਹੈਗਸੈਥ ਫੌਕਸ ਨਿਊਜ਼ ਦੇ ਕੰਟਰੀਬਿਊਟਰ ਸੀ, ਸਾਬਕਾ ਫੌਜੀ ਜਿਹੜੇ ਉਹ ਹੈਗੇ ਆ। ਕਈ ਤਰ੍ਹਾਂ ਦੇ ਦੋਸ਼ਾਂ ਵਿਵਾਦਾਂ ਦੇ ਦਰਮਿਆਨ ਇਹ ਜਿਹੜੇ ਆ ਡਿਫੈਂਸ ਸਕੱਤਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਨੋਮੀਨੇਟ ਕਰਕੇ ਚੁਣ ਲਿਆ ਗਿਆ ਸੀ, ਮਨਜ਼ੂਰੀ ਜਿਹੜੀ ਉਹ ਮਿਲ ਗਈ ਸੀ। ਫਿਰ ਜਿਹੜੇ ਸਿਗਨਲ ਗੇਟ ਦਾ ਮਾਮਲਾ ਬਣਿਆ, ਜਿੱਥੇ ਪਹਿਲਾਂ ਅਟਲਾਂਟਿਕ ਦੇ ਇੱਕ ਜਰਨਲਿਸਟ ਨੂੰ ਆਪਣੀ ਚੈਟ ਦੇ ਵਿੱਚ ਐਡ ਕਰਕੇ ਯਮਨ ਦੇ 에ਅਰ ਸਟ੍ਰਾਈਕਸ ਬਾਰੇ ਜਿਹੜੀ ਜਾਣਕਾਰੀ ਜਿਹੜੀ ਉਹ ਜਨਤਕ ਹੋ ਗਈ, ਚਾਹੇ ਉਸ ਐਡੀਟਰ ਨੇ ਬਾਅਦ ਦੇ ਵਿੱਚ ਸਟ੍ਰਾਈਕਸ ਤੋਂ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ। ਹੁਣ ਕੱਲ ਪਰਸੋਂ ਦਾ ਜਿਹੜਾ ਰੌਲਾ ਇਹ ਵੱਖਰੇ ਤੌਰ ਦੇ ਉੱਤੇ ਪੈ ਰਿਹਾ ਵੀ ਸਿਗਨਲ ਐਪ ਦੇ ਉੱਤੇ ਇੱਕ ਹੋਰ ਉਸ ਨੇ ਗਰੁੱਪ ਦੇ ਵਿੱਚ ਇਹੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਜਿਹੜੀ ਉਹ ਕਰ ਦਿੱਤੀ ਸੀ। ਸੋ ਡਿਫਰੈਂਟ ਸਿਗਨਲ ਚੈਟ ਗਰੁੱਪਸ ਨੂੰ ਜਿਹੜਾ ਉਹ ਲੈ ਕੇ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਉਹਨਾਂ ਨੇ ਇਸ ਚੀਜ਼ ਦੀ ਗੱਲ ਨੂੰ ਨਕਾਰਿਆ ਆ ਵੀ ਪੀਟ ਹੈਗਸੈਥ ਨੂੰ ਰਿਪਲੇਸ ਜਿਹੜਾ ਉਹ ਕੀਤਾ ਜਾ ਰਿਹਾ ਆ। ਉਹਨਾਂ ਨੇ ਕਿਹਾ ਵੀ ਜਿਹੜੇ
ਪ੍ਰੈਜ਼ੀਡੈਂਟ ਟਰੰਪ ਆ ਉਹ ਸਟੈਂਡ ਸਟਰੋਂਗਲੀ ਬਿਹਾਈਂਡ ਹਿਮ, ਪੀਟ ਹੈਗਸਥ ਦੇ ਨਾਲ ਉਹ ਬਿਲਕੁਲ ਖੜੇ ਆ। ਤੇ ਟਰੰਪ ਹੁਣਾਂ ਨੇ ਇਹ ਜਿਹੜਾ ਕਿਹਾ ਵੀ ਹੀ ਇਜ਼ ਡੂਇੰਗ ਗ੍ਰੇਟ ਜੌਬ। ਕਹਿੰਦੇ ਨਹੀਂ ਯਕੀਨ ਤਾਂ ਹਾਊਦੀਜ਼ ਨੂੰ ਪੁੱਛ ਕੇ ਦੇਖ ਲਓ, ਜਿਨ੍ਹਾਂ ਦੇ ਉੱਤੇ ਇਹ ਲਗਾਤਾਰ ਹਮਲੇ ਹੋ ਰਹੇ ਹੈਗੇ ਆ। ਹੈਗਸਥ ਹੁਣਾਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਉਹਨਾਂ ਦੇ ਕੋਲੋਂ ਵਾਈਟ ਹਾਊਸ ਦੇ ਈਸਟਰ ਇਵੈਂਟ ਦੇ ਦੌਰਾਨ ਜਦ ਉਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਕੋਈ ਗਲਤੀ ਕੋਤਾਹੀ ਜਿਹੜੀ ਆ ਉਹ ਨਹੀਂ ਹੋਈ ਹੈਗੀ। ਹੈਗਸਥ ਨੇ ਇਹ ਵੀ ਜਿਹੜਾ ਕਿਹਾ ਵੀ 4 ਜਿਹੜੇ ਸੀਨੀਅਰ ਐਡਵਾਈਜ਼ਰਸ ਆ ਉਹ ਪੈਂਟਾਗਨ ਨੂੰ ਪਿਛਲੇ ਹਫ਼ਤੇ ਅਚਨਚੇਤੇ ਜਿਹੜੇ ਉਹ ਛੱਡ ਕੇ ਚਲੇ ਗਏ ਸੀ। ਡਿਫੈਂਸ ਡਿਪਾਰਟਮੈਂਟ ਦੇ ਸਪੋਕਸ ਪਰਸਨ ਸਾਬਕਾ ਜੌਨ ਓਲੀਅਟ ਉਹਨਾਂ ਨੇ ਰਿਜ਼ਾਈਨ ਕੀਤਾ ਸੀ। ਉਹਨਾਂ ਨੇ ਫਿਰ ਇੱਕ ਓਪੀਨੀਅਨ ਆਰਟੀਕਲ ਜਿਹੜਾ ਉਹ ਛਾਪਿਆ ਸੀ ਪਿਛਲੇ ਹਫ਼ਤੇ, ਪਿਛਲੇ ਮਹੀਨੇ ਦੇ ਵਿੱਚ ਵੀ ਪੈਂਟਾਗਨ ਦੇ ਵਿੱਚ ਫੁੱਲ ਬਲੋਨ ਮੈਲਟ ਡਾਊਨ ਜਿਹੜਾ ਇਸ ਟਾਈਮ ਚੱਲ ਰਿਹਾ ਤੇ ਆਪਸ ਦੇ ਵਿੱਚ ਜਿਹੜੀਆਂ ਲੜਾਈਆਂ ਇਨ ਫਾਈਟਿੰਗ ਉਹ ਹੋ ਰਹੀ ਆ, ਜਿਹੜੀ ਕਿ ਇਵੈਂਚੁਅਲੀ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੇ ਹਰਟ ਕਰ ਰਹੀ ਆ। 3 ਹੋਰ ਜਿਹੜੇ ਪੈਂਟਾਗਨ ਦੇ ਐਡਵਾਈਜ਼ਰ ਡੈਨ ਕਾਲਡਵੈਲ, ਕੋਲਿਨ ਕੈਰਲ, ਡੈਰਨ ਸੈਲਨਿਕ, ਉਹਨਾਂ ਨੂੰ ਵੀ ਪੈਂਟਾਗਨ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਸਕਾਊਟ ਆਊਟ ਕਰਕੇ ਦਿਖਾ ਦਿੱਤਾ ਗਿਆ। ਕਹਿੰਦੇ ਵੀ ਉਹਨਾਂ ਨੇ ਪ੍ਰੈਸ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਕੀਤੀ ਸੀਗੀ। ਇਹਨਾਂ ਤਿੰਨਾਂ ਨੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਉਹ ਜਾਰੀ ਕਰਦੇ ਹੋਏ ਕਿਹਾ ਵੀ ਉਹਨਾਂ ਦਾ ਜਿਹੜਾ ਡਿਸਮਿਸਲ ਆ ਉਹ ਬਹੁਤ ਗਲਤ ਸੀਗਾ ਤੇ ਕਹਿੰਦੇ ਵੀ ਜਿਹੜੀ ਚੀਜ਼ ਦਾ ਸਾਡੇ ਉੱਤੇ ਦੋਸ਼ ਲਾਇਆ ਜਾ ਰਿਹਾ ਆ ਉਹ ਟੋਟਲੀ ਗਲਤ ਜਿਹੜੀ ਉਹ ਸਾਡੇ ਉੱਤੇ ਦੱਸੀ ਜਿਹੜੀ ਉਹ ਜਾ ਰਹੀ ਆ। ਦੱਸਿਆ ਜਾਂਦਾ ਵੀ ਜਿਹੜੇ ਕਾਲਡਵੈਲ ਤੇ ਸੈਲਨਿਕ ਆ ਇਹ ਹੈਗਸਥ ਦੇ ਨਾਲ ਲੌਂਗ ਟਾਈਮ ਲੰਮੇ ਚਿਰ ਤੋਂ ਐਸੋਸੀਏਟ ਵੀ ਜਿਹੜੇ ਉਹ ਰਹੇ ਨੇ ਆਰਮਡ ਸਰਵਿਸ ਕਮੇਟੀ ਦੇ ਉੱਤੇ ਵੀ। ਸੋ ਹੁਣ ਉੱਥੋਂ ਧੂੰਆਂ ਨਿਕਲ ਰਿਹਾ ਹੈ ਹਰਜੋਤ ਸਿੰਘ ਜੀ ਹੈਗਸਥ ਨੂੰ ਜਿਹੜਾ ਬਦਲਣ ਦਾ, ਪਰ ਟਰੰਪ ਐਡਮਿਨਿਸਟ੍ਰੇਸ਼ਨ ਹਾਲ ਦੀ ਘੜੀ ਇਹ ਕਹਿ ਰਿਹਾ ਆ ਬਾਹਰੀ ਤੌਰ ਦੇ ਉੱਤੇ ਵੀ ਇਸ ਨੂੰ ਰਿਪਲੇਸ ਕਰਨ ਦੀ ਅਜੇ ਕੋਈ ਵੀ ਸਾਡੀ ਇੱਛਾ ਨਹੀਂ ਆ। ਇਹਨਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ ਹੈਗੀ। ਪਹਿਲੇ ਹਾਊਸ ਰਿਪਬਲਿਕਨ ਰਿਪਰੈਜ਼ੈਂਟੇਟਿਵ ਡੌਨ ਬੇਕਨ ਜੋ ਰਿਪਬਲਿਕਨ ਨਿਬਰਾਸਕਾ ਤੋਂ ਹੈਗੇ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਸਾਨੂੰ ਸੈਕਟਰੀ ਆਫ ਡਿਫੈਂਸ ਪੀਟ ਹੈਗਸਥ ਨੂੰ ਆਫਿਸ ਤੋਂ ਰਿਮੂਵ ਕਰ ਦੇਣਾ ਚਾਹੀਦਾ ਹੈਗਾ। ਉਹ ਅੰਡਰ ਫਾਇਰ ਹੈਗੇ ਆ ਕਿਉਂਕਿ ਕਾਫੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਡਿਪਾਰਟਮੈਂਟ ਦੇ ਟੌਪ ਦੇ ਜਿਹੜੇ ਆਫੀਸ਼ੀਅਲਸ ਆ ਉਹ ਪੈਂਟਾਗਨ ਨੂੰ ਛੱਡ ਕੇ ਚਲੇ ਗਏ ਹੈਗੇ ਆ ਤੇ ਉਹਨਾਂ ਨੇ ਪਬਲਿਕਲੀ ਕ੍ਰਿਟੀਸਾਈਜ਼ ਵੀ ਕੀਤਾ ਡਿਫੈਂਸ ਡਿਪਾਰਟਮੈਂਟ ਨੂੰ ਵੀ ਇੰਨਾ ਸਾਰਾ ਕੁਝ ਲੀਕ ਕਿਸ ਤਰ੍ਹਾਂ ਹੋ ਰਿਹਾ ਹੈਗਾ। ਨਿਊਯਾਰਕ ਟਾਈਮ ਨੇ ਵੀਰਵਾਰ ਨੂੰ ਰਿਪੋਰਟ ਕੀਤਾ ਸੀ ਵੀ ਜੋ ਹੂਟੀ ਰੈਬਲਸ ਹੈਗੇ ਆ ਯੈਮਨ ਦੇ ਵਿੱਚ, ਉਹਨਾਂ ਨੂੰ ਸਟ੍ਰਾਈਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਆਪਣੀ ਵਾਈਫ, ਬ੍ਰਦਰ ਤੇ ਹੋਰ ਆਪਣਾ ਜਿਹੜਾ ਪਰਸਨਲ ਵਕੀਲ ਆ ਉਹਦੇ ਨਾਲ ਜਿਹੜੇ ਸਿਗਨਲ ਗਰੁੱਪ ਦੇ ਉੱਤੇ ਜਿਹੜੀ ਆ ਉਹ ਸ਼ੇਅਰ ਕੀਤੀ ਹੈਗੀ ਆ। ਸੋ ਹੁਣ ਪਹਿਲੇ ਰਿਪਬਲਿਕਨ ਆ ਗਏ ਆ ਜਿਹੜੇ ਉਹਨਾਂ ਦੇ ਅਗੇਂਸਟ ਆ, ਪਰ ਵਾਈਟ ਹਾਊਸ ਇਹ ਕਹਿ ਰਿਹਾ ਵੀ ਅਸੀਂ ਹੈਗਸਥ ਨੂੰ ਨਹੀਂ ਰਿਮੂਵ ਕਰਨ ਜਾ ਰਹੇ, ਪਰ ਟਰੰਪ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਇਸ ਟਾਈਮ ਹੈਗਾ ਆ ਉਹਨਾਂ ਨੂੰ ਰਿਮੂਵ ਕਰਨ ਦਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਡੈਮੋਕ੍ਰੇਟਸ ਨੇ ਜਿੱਦਾਂ ਤੁਸੀਂ ਕਿਹਾ ਵੀ ਉਹ ਵੀ ਕਾਲ ਕਰ ਰਹੇ ਆ। ਇੱਕ ਕੱਲ ਜਿਹੜੇ ਆ ਸੈਨੇਟਰ ਮਾਰਸ਼ਾ ਬਲੈਕਬਰਨ ਟੈਨੇਸੀ ਦੇ, ਉਹਨਾਂ ਨੇ ਦੋਸ਼ ਜਿਹੜਾ ਆ ਉਹ ਲੈਫਟ ਦੇ ਉੱਤੇ, ਡੈਮੋਕ੍ਰੇਟਸ ਦੇ ਉੱਤੇ ਲਾਇਆ। ਕਹਿੰਦੇ ਵੀ ਜਿਹੜੇ ਲੈਫਟ ਵਾਲੇ ਲਿਬਰਲਸ ਤੇ ਲੀਕਰਸ ਇਹ ਗੁੱਸੇ 'ਚ ਨੇ ਹੈਗਸਥ ਦੇ ਨਾਲ। ਇਹ ਕਹਿੰਦੇ ਵੀ ਸਟਰੋਂਗ ਸੈਕਟਰੀ ਆਫ ਡਿਫੈਂਸ ਨੇ ਇਹ ਜਿਹੜਾ ਸਟੇਟਸ ਕੋ ਉਸ ਨੂੰ ਸ਼ੇਕ ਕਰ ਰਹੇ ਆ ਪੈਂਟਾਗਨ ਦੇ ਵਿੱਚ। ਇਸ ਕਰਕੇ ਕਹਿੰਦੇ ਵੀ ਉਸ ਨੂੰ ਇਹ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਜਿਹੜਾ ਉਹ ਪੈ ਰਿਹਾ ਆ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਚੇਅਰ ਟੌਮ ਕਾਟਨ, ਉਹਨਾਂ ਨੇ ਕਲੇਮ ਕੀਤਾ ਵੀ ਜਿਹੜੇ ਸਾਬਕਾ ਪੈਂਟਾਗਨ ਦੇ ਇੰਪਲੋਈਜ਼ ਆ ਉਹ ਜਾਣ ਬੁੱਝ ਕੇ ਅੰਡਰਮਾਈਨ ਕਰ ਰਹੇ ਆ ਜਿਹੜੇ ਅਹੁਦਿਆਂ ਨੂੰ ਪੀਟ ਹੈਗਸਥ ਦੇ ਨਾਲ ਦੇ ਨਾਲ ਜਿਹੜੇ ਟਰੰਪ ਹੁਣਾਂ ਦਾ ਏਜੰਡਾ ਆ ਉਸ ਨੂੰ ਲੈ ਕੇ। ਤੇ ਕੋਰੀ ਮਿਲਸ ਹਾਊਸ ਮੈਂਬਰ ਆਫ ਹਾਊਸ ਆਰਮਡ ਸਰਵਿਸ ਕਮੇਟੀ ਆ, ਉਹ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਸਟੈਂਡ ਕਰਦਾ ਇਹਨਾਂ ਦੇ ਨਾਲ, ਸੈਕਟਰੀ ਆਫ ਡਿਫੈਂਸ ਦੇ ਨਾਲ। ਸੋ ਜਿੱਥੇ ਕੁਝ ਕੁ ਰਿਪਬਲਿਕਨਸ ਜਿਹੜੇ ਆ ਉਹ ਉਲਟ ਗਏ ਨੇ, ਬਹੁਤੇ ਡੈਮੋਕ੍ਰੇਟਸ ਨੇ ਇਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਆ, ਪਰ ਮੈਜੋਰਟੀ ਜਿਹੜੇ ਰਿਪਬਲਿਕਨਸ ਟਰੰਪ ਹੁਣਾਂ ਦੀ ਸਪੋਰਟ ਦੇ ਨਾਲ, ਸੈਕਟਰੀ ਆਫ ਹੈਗਸਥ ਦੀ ਪੂਰੀ ਸਪੋਰਟ ਦੇ ਉੱਤੇ ਜਿਹੜੇ ਉਹ ਇਸ ਟਾਈਮ ਆਏ ਪਏ ਹੈਗੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਤੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਅਲ ਗੋਰ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਨਾਜ਼ੀ ਜਰਮਨੀ ਦੇ ਨਾਲ ਕੰਪੇਅਰ ਜਿਹੜਾ ਉਹ ਕਰ ਦਿੱਤਾ। ਸੈਨ ਫਰਾਂਸਿਸਕੋ ਦੀ ਕਲਾਈਮੇਟ ਵੀਕ ਦੇ ਉੱਤੇ ਕਹਿੰਦੇ ਵੀ ਬੋਲਦੇ ਹੋਏ ਉਹਨਾਂ ਨੇ
ਇਹ ਜਿਹੜੀ ਆ ਉਹ ਬਿਆਨ ਦਿੱਤਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਬਾਰੇ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਆਪਣੀ ਵਰਜਨ ਆਫ ਰਿਐਲਿਟੀ ਉਹ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਜਦ 1930 ਦੇ ਵਿੱਚ ਦਹਾਕੇ ਦੇ ਵਿੱਚ ਨਾਜ਼ੀ ਪਾਰਟੀ ਜਿਹੜੀ ਉਹ ਬਣੀ ਆ। ਅਲ ਗੋਰ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਵੀ ਆਈ ਅੰਡਰਸਟੈਂਡ, ਕੋਟ ਆ ਉਹਨਾਂ ਦਾ, ਆਈ ਅੰਡਰਸਟੈਂਡ ਵੈਰੀ ਵੈਲ ਵਾਈ ਇਟ ਇਜ਼ wrong to compare Hitler's Third Reich to any other movement. It was uniquely evil, full stop. I get it, but there are important lessons from the history of that emergent evil. So ਤਕਰੀਬਨ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਟਰੰਪ ਹੁਣਾਂ ਦੀ ਸੈਕਿੰਡ ਟਰਮ ਆ ਉਸ ਨੂੰ ਲੈ ਕੇ ਕੀਤਾ। ਦੱਸਦੇ ਜਾਈਏ ਹਰਜੋਤ ਸਿੰਘ ਜੀ, ਜ਼ਿਕਰਯੋਗ ਗੱਲ ਇਹ ਆ ਵੀ ਅਲ ਗੋਰ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ ਜਾਂ ਉਹ ਰਾਸ਼ਟਰਪਤੀ ਦੇ ਅਹੁਦੇਦਾਰ ਕੈਂਡੀਡੇਟ ਜਿਹੜੇ ਬਣਨ ਦੀ ਕੋਸ਼ਿਸ਼ ਜਿਹੜੀ ਸੀਗੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜਾ ਉਹ ਰੌਲਾ ਪਾਉਣਾ ਸ਼ੁਰੂ ਕੀਤਾ ਸੀ। ਉਹਨਾਂ ਨੇ ਚਰਚਾ ਜਿਹੜੀ ਉਹ ਸ਼ੁਰੂ ਕੀਤੀ ਸੀ। ਇੱਥੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਵੀ ਕਲਾਈਮੇਟ ਵੀਕ ਦੇ ਉੱਤੇ ਬੋਲਦਿਆਂ ਹੀ ਉਹਨਾਂ ਦਾ ਇਹ ਬਿਆਨ ਆਇਆ ਹੈਗਾ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚਲੀਏ। ਅੱਜ NPR ਰਿਪੋਰਟ ਕਰ ਰਿਹਾ ਵੀ ਹੰਡਰਡਸ ਆਫ ਸਕਾਲਰਸ ਇਹ ਕਹਿ ਰਹੇ ਆ ਵੀ US ਆਥੋਰੀਟੇਰੀਅਨਜ਼ਮ ਵੱਲ ਵੱਧ ਰਿਹਾ ਹੈਗਾ। 500 ਦੇ ਕਰੀਬ ਪੋਲੀਟੀਕਲ ਸਾਇੰਟਿਸਟ ਜੋ ਉਹਨਾਂ ਨੇ ਬ੍ਰਾਈਟ ਲਾਈਨ ਵਾਚ ਕਰਕੇ ਇੱਕ ਸਰਵੇ ਕੰਪਨੀ ਆ, ਉਹਨਾਂ ਨੇ ਸਰਵੇ ਕੀਤਾ ਜਿਹਦੇ ਵਿੱਚ US ਬੇਸਡ ਜਿਹੜੇ ਪ੍ਰੋਫੈਸਰਸ ਆ ਉਹਨਾਂ ਨੇ ਅਮਰੀਕਨ ਡੈਮੋਕ੍ਰੇਸੀ ਦੀ ਸਕੇਲ 0 ਤੋਂ ਲੈ ਕੇ 100, 0 ਦਾ ਮਤਲਬ ਇਹ ਆ ਵੀ ਕੰਪਲੀਟ ਡਿਕਟੇਟਰ ਤੇ 100% ਦਾ ਮਤਲਬ ਆ ਵੀ ਪਰਫੈਕਟ ਡੈਮੋਕ੍ਰੇਸੀ। ਉਸ ਸਕੇਲ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜਿਹੜੀ ਇਸ ਟਾਈਮ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਸ ਨੂੰ 67 ਨੰਬਰ ਦੇ ਉੱਤੇ ਰੱਖਿਆ ਆ। ਕੁਛ ਹਫ਼ਤੇ ਪਹਿਲਾਂ ਇਹ 55 ਨੰਬਰ ਦੇ ਉੱਤੇ ਸੀ। ਸੋ ਇਹ ਕਾਫੀ ਡਾਊਨ ਗਿਆ ਹੈਗਾ ਉਧਰ ਨੂੰ ਜਿੱਧਰ ਨੂੰ ਆਪਾਂ ਪਹਿਲਾਂ ਦੱਸਿਆ ਹੈਗਾ। ਜੌਨ ਕੈਰੀ ਪ੍ਰੋਫੈਸਰ ਆਫ ਗਵਰਨਮੈਂਟ ਐਟ ਡਰਮੋਥ ਐਂਡ ਕੋ ਡਾਇਰੈਕਟਰ ਬ੍ਰਾਈਟ ਲਾਈਨ ਵਾਚ ਦੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਸਾਰਿਆਂ ਦੇ ਵਿੱਚ ਕੰਸੈਂਸਸ ਆ ਵੀ ਅਸੀਂ ਰੋਂਗ ਡਾਇਰੈਕਸ਼ਨ ਵੱਲ ਮੂਵ ਕਰ ਰਹੇ ਹਾਂ, ਜਾਣੀ ਕਿ ਅਮਰੀਕਾ ਰੋਂਗ ਡਾਇਰੈਕਸ਼ਨ ਵੱਲ ਮੂਵ ਕਰ ਰਿਹਾ ਹੈਗਾ। ਕੈਰੀ ਨੇ ਇਹ ਕਿਹਾ ਵੀ ਨਵੰਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਜਿਹੜਾ ਜੇ ਤੁਸੀਂ ਦੇਖੋ ਵੀ ਕਿੱਧਰ ਨੂੰ ਜਿਹੜਾ ਅਮਰੀਕਨ ਦੀ ਡੈਮੋਕ੍ਰੇਸੀ ਉਹ ਜਾ ਰਹੀ ਆ। 30 ਦੇ ਕਰੀਬ ਇੰਡੀਕੇਟਰਸ ਹੁੰਦੇ ਆ ਫਿਗਰ ਆਊਟ ਕਰਨ ਦੇ ਲਈ ਵੀ ਕਿਹੜਾ ਮੁਲਕ ਵੈਸਟ ਡੈਮੋਕ੍ਰੇਸੀ ਹੈਗੀ ਆ, ਕਿਸ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈਗਾ, ਜਿਨ੍ਹਾਂ ਦੇ ਵਿੱਚ ਮੇਜਰ ਕਿਸ ਤਰ੍ਹਾਂ ਵੀ ਗਵਰਨਮੈਂਟ ਇੰਟਰਫੀਅਰ ਕਰ ਰਹੀ ਆ ਪ੍ਰੈਸ ਦੇ ਨਾਲ, ਪੋਲੀਟੀਕਲ ਓਪੋਨੈਂਟਸ ਨੂੰ ਪਨਿਸ਼ ਕਰ ਰਹੀ ਹੈਗੀ ਆ, ਤੇ ਜਾਂ ਲੈਜਿਸਲੇਚਰ ਤੇ ਜੁਡੀਸ਼ਰੀ ਉਹ ਕਿਸ ਤਰ੍ਹਾਂ ਇੰਡੀਪੈਂਡੈਂਟਲੀ ਜੋ ਆ ਉਹ ਕੰਮ ਕਰ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਪੋਲੀਟੀਕਲ ਸਾਇੰਟਿਸਟ ਆ ਉਹ ਕੈਰੀ ਦੇ ਬਿਆਨ ਦੇ ਨਾਲ ਨਹੀਂ ਐਗਰੀ ਕਰਦੇ ਹੈਗੇ, ਪਰ ਉਹ ਕਹਿੰਦੇ ਆ ਵੀ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਆਪਣੀਆਂ ਐਗਜ਼ੀਕਿਊਟਿਵ ਪਾਵਰਸ ਨੂੰ ਐਕਸਪੈਂਡ ਕੀਤਾ ਹੈ, ਵਧਾਇਆ ਆ ਪਹਿਲੇ ਕੁਛ ਦਿਨਾਂ ਦੇ ਵਿੱਚ ਜਾਂ ਕਹਿ ਲਓ 2-3 ਮਹੀਨਿਆਂ ਦੇ ਵਿੱਚ, ਤੇ ਉਹ ਤੋਂ ਸਾਨੂੰ ਇਹੀ ਲੱਗਦਾ ਆ ਵੀ ਸਮ ਫਾਰਮ ਆਫ ਆਥੋਰੀਟੇਰੀਅਨਜ਼ਮ ਇੱਥੇ ਆ ਰਿਹਾ ਹੈਗਾ। ਸਟੀਵਨ ਲਵਿਟਸਕੀ ਇੱਕ ਪ੍ਰੋਫੈਸਰ ਆਫ ਗਵਰਨਮੈਂਟ ਹੈਗੇ ਹਾਰਵਰਡ ਯੂਨੀਵਰਸਿਟੀ ਦੇ, ਤੇ ਉਹਨਾਂ ਨੇ ਇੱਕ ਬੁੱਕ ਵੀ ਲਿਖੀ ਹੈਗੀ ਆ ਹਾਊ ਡੈਮੋਕ੍ਰੇਸੀਜ਼ ਡਾਈ। ਸੋ ਇਹ ਉਹਨਾਂ ਨੇ ਆਪਣੇ ਜਿਹੜੇ ਬਿਆਨ ਆ ਦਿੱਤੇ ਹੈਗੇ ਆ। ਕੇਮਲੇਨ ਸ਼ੈਪਲੇ ਕਰਕੇ ਇੱਕ ਪ੍ਰਿੰਸਟਨ ਯੂਨੀਵਰਸਿਟੀ ਦੇ ਸੋਸ਼ੀਓਲੋਜਿਸਟ ਆ, ਉਹਨਾਂ ਨੇ ਕਹਿੰਦੇ ਮੈਂ ਸਾਲਾਂ ਹੀ ਸਪੈਂਡ ਕੀਤੇ ਹੈਗੇ ਹੰਗਰੀ ਦੇ ਉੱਤੇ ਟਰੈਕ ਕਰਨ ਦੇ ਲਈ, ਤੇ ਕਹਿੰਦਾ ਮੈਂ ਬਹੁਤ ਕੰਸਰਨਡ ਆ, ਅਸੀਂ ਬਹੁਤ ਤੇਜ਼ੀ ਦੇ ਨਾਲ ਕਹਿੰਦੇ ਵੀ ਆਥੋਰੀਟੇਰੀਅਨਜ਼ਮ ਵੱਲ ਵੱਧ ਰਹੇ ਹੈਗੇ ਆ। ਸੋ ਇਹ ਜਿਹੜਾ ਆਰਟੀਕਲ ਆ NPR ਨੇ ਕਾਫੀ ਲੰਮਾ ਹੈਗਾ, ਇਹਦੇ ਵਿੱਚ ਵੱਖ-ਵੱਖ ਮੁਲਕਾਂ ਦੇ ਕਿਸ ਤਰ੍ਹਾਂ ਚੱਲ ਰਹੇ ਹੈਗੇ ਆ। ਇਸੇ ਤਰ੍ਹਾਂ ਜੇਮਸ ਕੈਂਬਲ ਇੱਕ ਰਿਟਾਇਰਡ ਪੋਲੀਟੀਕਲ ਸਾਇੰਟਿਸਟ ਹੈਗੇ ਯੂਨੀਵਰਸਿਟੀ ਆਫ ਬਫਲੋ ਦੇ, ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਆ ਉਹ ਲੈਜੀਟੀਮੇਟ ਪ੍ਰੈਜ਼ੀਡੈਂਸ਼ੀਅਲ ਪਾਵਰਸ ਯੂਜ਼ ਕਰ ਰਹੇ ਆ ਲੌਂਗ ਸਟੈਂਡਿੰਗ ਪ੍ਰੋਬਲਮਸ ਦੇ ਲਈ। ਸੋ ਕਈ ਹੱਕ ਦੇ ਵਿੱਚ ਵੀ ਹੈਗੇ, ਖਾਸ ਕਰਕੇ ਇਕਨੋਮਿਕ ਗਲੋਬਲਾਈਜੇਸ਼ਨ ਨੂੰ ਲੈ ਕੇ, ਪਰ ਉਹਦੇ ਕਹਿੰਦੇ ਵੀ ਨੈਗੇਟਿਵ ਵੀ ਕਈ ਰਿਜ਼ਲਟ ਆਏ ਆ, ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਕੈਟਾਸਟ੍ਰੋਫਿਕ ਲੇ ਆਫ ਹੋਈ ਹੈਗੀ ਆ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ। ਬਾਕੀ ਜਿਹੜੀ ਸਟਾਕ ਮਾਰਕੀਟ ਆ ਉਹਦੇ ਉੱਤੇ ਬਹੁਤ ਬੁਰਾ ਜਿਹੜਾ ਅਸਰ ਪਿਆ ਹੈਗਾ।
ਸੋ NPR ਦੀ ਇਹ ਜਿਹੜੀ ਕਾਫੀ ਵੱਡੀ ਰਿਪੋਰਟ ਆ, ਜੇ ਮੌਕਾ ਮਿਲਿਆ ਜ਼ਰੂਰ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈਗੀ ਜੀ। ਹਰਜੋਤ ਸਿੰਘ ਜੀ, ਹਾਰਵਰਡ ਯੂਨੀਵਰਸਿਟੀ ਦੀ ਫੰਡਿੰਗ ਫਰੀਜ਼, ਹੋਰ ਯੂਨੀਵਰਸਿਟੀ ਦੀ ਫੰਡਿੰਗ ਫਰੀਜ਼ ਨੂੰ ਲੈ ਕੇ ਕਾਫੀ ਰੌਲਾ ਜਿਹੜਾ ਉਹ ਚੱਲ ਰਿਹਾ ਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਚਾਹ ਰਿਹਾ ਸੀਗਾ ਇਹਨਾਂ ਯੂਨੀਵਰਸਿਟੀਜ਼ ਨੂੰ ਵੀ ਉਹਨਾਂ ਦੇ ਹਿਸਾਬ ਦੇ ਨਾਲ ਉਹ ਆਪਣੀਆਂ ਪਾਲਿਸੀਜ਼ ਘੜਨ, ਕਿੱਦਾਂ ਦੀ ਚੀਜ਼ ਪੜ੍ਹਾਈ ਜਾਣੀ ਆ, ਕਿਹੜੇ ਬੰਦੇ ਜਿਹੜੇ ਉਹ ਹਾਇਰ ਕੀਤੇ ਜਾਣ, ਉਹ ਕੁਝ ਦਿਸ਼ਾ ਨਿਰਦੇਸ਼ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਯੂਨੀਵਰਸਿਟੀਜ਼ ਨੂੰ ਦੇਣਾ ਚਾਹੁੰਦਾ ਸੀ, ਤੇ ਉਹਨਾਂ ਦੇ ਨਾ ਕਰਨ ਤੋਂ ਬਾਅਦ 'ਚ ਉਹਨਾਂ ਨੇ ਫੰਡਿੰਗ ਫਰੀਜ਼, ਗ੍ਰਾਂਟਸ ਦੇ ਉੱਤੇ ਫਰੀਜ਼ ਲਾ ਦਿੱਤੀ ਆ। ਹਾਰਵਰਡ ਯੂਨੀਵਰਸਿਟੀ ਨੇ ਹੁਣ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਹਨਾਂ ਫਰੀਜ਼ ਕੀਤੀਆਂ ਗ੍ਰਾਂਟਸ ਨੂੰ ਲੈ ਕੇ ਲਾਸੂਟ ਦਰਜ ਕੀਤਾ ਹੈਗਾ ਆ। ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਹਿੰਦੇ ਆ ਵੀ ਕੋਈ ਵੀ ਸਰਕਾਰ, ਜਿਹੜੀ ਮਰਜ਼ੀ ਪਾਰਟੀ ਪਾਵਰ ਦੇ ਵਿੱਚ ਹੋਵੇ, ਉਹ ਡਿਕਟੇਟ ਨਹੀਂ ਕਰ ਸਕਦੀ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਕੀ ਉਹਨਾਂ ਨੇ ਪੜ੍ਹਾਉਣਾ ਆ, ਕਿਹਨੂੰ ਉਹਨਾਂ ਨੇ ਐਡਮਿਟ ਕਰਨਾ ਆ, ਕਿਹਨੂੰ ਉਹਨਾਂ ਨੇ ਹਾਇਰ ਕਰਨਾ ਆ, ਕਿਹੜੇ ਸਟੱਡੀ ਦੇ ਏਰੀਆਜ਼ ਹੋਣੇ ਚਾਹੀਦੇ ਆ ਜਾਂ ਇਨਕੁਆਇਰੀ ਹੋਣੀ ਚਾਹੀਦੀ ਵੀ ਕੀ ਉਹ ਪਰਸਿਊ ਜਿਹੜਾ ਉਹ ਕਰਨ। ਕਹਿੰਦੇ ਵੀ ਹਾਰਵਰਡ ਦਾ ਜਿਹੜਾ ਇਹ ਸਟਾਂਸ ਆ, ਇਹਦੇ ਨਾਲ ਹੋਰ ਯੂਨੀਵਰਸਿਟੀਜ਼ ਦੇ ਉੱਤੇ ਵੀ ਇਨਫਲੂਐਂਸ ਜਿਹੜਾ ਉਹ ਪੈ ਸਕਦਾ ਹੈਗਾ ਆ। ਦੇਖਿਆ ਜਾਵੇ ਤਾਂ ਕਹਿੰਦੇ ਵੀ 150 ਤੋਂ ਵੱਧ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟਸ ਨੇ ਮਿਲ ਕੇ ਇੱਕ ਚਿੱਠੀ ਦੇ ਉੱਤੇ ਸਾਈਨ ਕੀਤਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਇਹਨਾਂ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਹਾਰਵਰਡ, ਪ੍ਰਿੰਸਟਨ, ਬਰਾਊਨ ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਵਾਈਟ ਹਾਊਸ ਦੀ ਜਿਹੜੀ ਅਨਡਿਊ ਗਵਰਨਮੈਂਟ ਇੰਟਰੂਜਨ, ਵੀ ਸਰਕਾਰੀ ਜਿਹੜੀ ਦਖਲਅੰਦਾਜ਼ੀ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਆ, ਉਸ ਦੀ ਜਿਹੜੀ ਆ ਉਹ ਆਲੋਚਨਾ ਕੀਤੀ ਹੈਗੀ ਆ। ਸੋ ਸਟੇਟਮੈਂਟ ਦੇ ਵਿੱਚ ਜਿਹੜੀ ਪਬਲਿਸ਼ ਕੀਤੀ ਗਈ ਅੱਜ ਅਮਰੀਕਨ ਐਸੋਸੀਏਸ਼ਨ ਆਫ ਕਾਲਜਿਸ ਐਂਡ ਯੂਨੀਵਰਸਿਟੀਜ਼, ਇਹ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਈ ਆ ਜਦ ਇਹਨਾਂ ਯੂਨੀਵਰਸਿਟੀਜ਼ ਦੇ ਉੱਤੇ ਐਡਮਿਨਿਸਟ੍ਰੇਸ਼ਨ ਆ ਉਹ ਲਗਾਤਾਰ ਦਬਾਅ ਜਿਹੜਾ ਉਹ ਪ੍ਰੈਸ਼ਰ ਕਰ ਰਿਹਾ। ਸੋ ਇਹ ਹਾਰਵਰਡ ਯੂਨੀਵਰਸਿਟੀ ਦੇ ਲਾਸੂਟ ਕਰਨ ਤੋਂ ਬਾਅਦ ਦੇ ਵਿੱਚ ਇਹ ਚਿੱਠੀ ਹੁਣ ਸਾਹਮਣੇ ਆਈ ਹੈਗੀ ਆ। ਕਹਿੰਦੇ ਵੀ ਵੱਡੇ ਜਿਹੜੇ ਸਟੇਟ ਸਕੂਲਸ ਤੋਂ ਲੈ ਕੇ ਆਈਵੀ ਲੀਗ ਇੰਸਟੀਟਿਊਸ਼ਨਸ ਦੇ ਨਾਲ ਹਾਰਵਰਡ, ਪ੍ਰਿੰਸਟਨ ਤੇ ਬਰਾਊਨ ਯੂਨੀਵਰਸਿਟੀ ਦੇ ਆਪਣੇ ਜਿਹੜੇ ਪ੍ਰੈਜ਼ੀਡੈਂਟਸ ਆ, ਉਹਨਾਂ ਨੇ ਵੀ ਇਹ ਚਿੱਠੀ ਦੇ ਉੱਤੇ ਸਾਈਨ ਕੀਤੇ ਆ। ਉਹ ਕਹਿੰਦੇ ਵੀ ਸਾਡੀ ਸਾਰਿਆਂ ਦੀ ਇੱਕ ਆਵਾਜ਼ ਆ ਤੇ ਅਸੀਂ ਕੰਸਟਰਕਟਿਵ ਅੰਗੇਜਮੈਂਟ ਜਿਹੜੀ ਆ ਐਡਮਿਨਿਸਟ੍ਰੇਸ਼ਨ ਦੇ ਨਾਲ ਚਾਹੁੰਦੇ ਆ। ਕਹਿੰਦੇ ਅਸੀਂ ਰਿਫਾਰਮਸ ਨੂੰ ਓਪਨ ਆ, ਪਰ ਕਹਿੰਦੇ ਵੀ ਲੈਜਿਟਿਮੇਟ ਗਵਰਨਮੈਂਟ ਓਵਰਸਾਈਟ ਹੋਵੇ ਤਾਂ ਠੀਕ ਆ, ਪਰ ਤੁਸੀਂ ਸਭ ਕੁਝ ਡਿਕਟੇਟ ਕਰੋ, ਉਹ ਸਾਨੂੰ ਜਿਹੜਾ ਆ ਉਹ ਗਵਾਰਾ ਨਹੀਂ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਬੀਤੇ ਦਿਨਾਂ 'ਚ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ $2.3 ਬਿਲੀਅਨ ਦੀਆਂ ਜਿਹੜੀਆਂ ਫੈਡਰਲ ਫੰਡ ਸੀਗੀ, ਉਹਨਾਂ ਦੇ ਉੱਤੇ ਫਰੀਜ਼ ਲਗਾ ਦਿੱਤੀ ਸੀ। ਖਾਸ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਇਹਨਾਂ ਯੂਨੀਵਰਸਿਟੀ ਦੇ ਉੱਤੇ ਗਾਜ ਜਿਹੜੀ ਪ੍ਰੋ ਪੈਲਸਟੀਨ ਪ੍ਰੋਟੈਸਟ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਡਿੱਗਣੀ ਆ ਉਹ ਸ਼ੁਰੂ ਹੋਈ ਹੈਗੀ ਆ। ਸੋ ਇਸ ਲਾਸੂਟ ਦੇ ਵਿੱਚ ਤੇ ਸਟੇਟਮੈਂਟ ਕਹਿੰਦੇ ਵੀ ਲਗਾਤਾਰ ਜੇ ਦੇਖਿਆ ਜਾਵੇ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਮੂਹਰੇ ਇਹ ਖੜਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। AACU ਤੇ ਅਮਰੀਕਨ ਅਕੈਡਮੀ ਆਫ ਆਰਟਸ ਐਂਡ ਸਾਇੰਸ, ਉਹਨਾਂ ਨੇ ਪਿਛਲੇ ਹਫ਼ਤੇ ਕਿਹਾ ਸੀਗਾ ਵੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਉਲਟ ਇਕੱਠੇ ਹੋ ਕੇ ਇੱਕ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਆ, ਤੇ ਅੱਜ ਚਿੱਠੀ ਦੇ ਰੂਪ ਦੇ ਵਿੱਚ ਤੇ ਲਾਸੂਟ ਦੇ ਰੂਪ ਦੇ ਵਿੱਚ ਜਿਹੜਾ ਉਹ ਆਪਣੇ ਸਾਹਮਣੇ ਨਜ਼ਰ ਆ ਰਿਹਾ ਆ। ਜੇ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ, ਸਭ ਤੋਂ ਜ਼ਿਆਦਾ ਜਿਹੜਾ ਫੈਡਰਲੀ ਫਾਈਨੈਂਸਡ ਯੂਨੀਵਰਸਿਟੀਜ਼ ਦੇ ਵਿੱਚ ਜੌਨ ਹੌਪਕਿਨ ਯੂਨੀਵਰਸਿਟੀ ਆ, ਜਿਹਨੂੰ $11.8 ਬਿਲੀਅਨ ਜਿਹੜੇ ਆ ਉਹ ਮਿਲਦੇ ਆ, ਤੇ ਬਾਕੀ ਹੋਰ ਪਾਸੇ ਉਹਨੂੰ $1.8 ਬਿਲੀਅਨ ਮਿਲਦੇ ਆ। ਹਾਰਵਰਡ ਯੂਨੀਵਰਸਿਟੀ ਨੂੰ $2.5 ਬਿਲੀਅਨ ਜਿਹੜਾ ਆ ਉਹ ਸਰਕਾਰ ਵੱਲੋਂ, ਤੇ $2.7 ਬਿਲੀਅਨ ਜਿਹੜੇ ਉਹਨਾਂ ਦੇ ਵੱਖਰੇ ਤੌਰ ਦੇ ਉੱਤੇ ਆ। ਇਸੇ ਤਰੀਕੇ ਦੇ ਨਾਲ UC ਸੈਨ ਡਿਏਗੋ ਜਿਹੜੀ ਆ, ਉਹਨੂੰ $3.6 ਬਿਲੀਅਨ ਫੈਡਰਲ ਗ੍ਰਾਂਟਸ ਦੇ ਵਿੱਚ ਤੇ $2.5 ਬਿਲੀਅਨ ਉਹਨੂੰ ਹੋਰ ਥਾਵਾਂ ਤੋਂ ਜਿਹੜੇ ਉਹ ਮਿਲਦੇ ਹੈਗੇ ਆ। ਸੋ ਕਾਫੀ ਜ਼ਿਆਦੀਆਂ ਜਿਹੜੀਆਂ ਯੂਨੀਵਰਸਿਟੀਜ਼ ਆ, ਵੱਡੇ ਕਾਲਜਿਸ, ਆਈਵੀ ਲੀਗ ਕਾਲਜਿਸ ਆ, ਜਿਨ੍ਹਾਂ ਨੂੰ ਫੈਡਰਲ ਗ੍ਰਾਂਟਸ ਤੇ ਫੈਡਰਲ ਫੰਡਸ ਦੇ ਸਹਾਰੇ ਉਹਨਾਂ ਦਾ ਕੰਮਕਾਜ ਜਿਹੜਾ ਉਹ ਚੱਲਦਾ ਆ, ਨਹੀਂ ਤਾਂ ਕੰਮ ਕਹਿੰਦੇ ਆ ਵੀ ਉਹ ਠੱਪ ਹੋ ਸਕਦਾ ਹੈ। ਸੋ ਹੁਣ ਇਹ ਯੂਨੀਵਰਸਿਟੀਜ਼ ਇਦਾਂ ਚਿੱਠੀ ਲਿਖ ਕੇ ਜਾਂ ਲਾਸੂਟ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮੁੜ ਦੁਬਾਰਾ ਇਹ ਗ੍ਰਾਂਟਸ ਚਾਲੂ ਕਰਾਉਣ 'ਚ ਕਾਮਯਾਬ ਹੋਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਪਰ ਜੇ ਮਸਲਾ ਇਦਾਂ ਹੀ ਉਲਝਿਆ ਰਹਿੰਦਾ ਆ ਤਾਂ ਜਿਹੜੇ ਵਿਦਿਆਰਥੀ ਇਸ ਟਾਈਮ ਇੱਥੇ ਪੜ੍ਹ ਰਹੇ ਆ ਜਾਂ ਜਿਹੜੇ ਪ੍ਰੋਗਰਾਮਸ ਉੱਤੇ ਚੱਲ ਰਹੇ ਆ, ਉਹਨਾਂ ਦੇ ਉੱਤੇ ਕਾਫੀ ਖਾਸਾ ਜਿਹੜਾ ਉਹ ਭੈੜਾ ਅਸਰ
ਪੈ ਸਕਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਯੂਐਸ ਦੀ ਸੁਪਰੀਮ ਕੋਰਟ ਹੁਣ ਡਿਸਾਈਡ ਕਰੂਗੀ ਵੀ ਜਿਹੜਾ ਪਬਲਿਕ ਸਕੂਲ ਦੇ ਵਿੱਚ ਕਰਿਕੂਲਮ ਹੈਗਾ ਆ ਉਹ ਜੱਜ ਡਿਸਾਈਡ ਕਰੂਗੇ ਜਾਂ ਸਕੂਲ ਬੋਰਡ ਨੂੰ ਜਿਹੜਾ ਆ ਡਿਸਾਈਡ ਕਰਨਾ ਪਊਗਾ। ਲੋਕਲ ਜਿਹੜੇ ਸਕੂਲ ਬੋਰਡਸ ਆ ਉਹੀ ਜਿਹੜਾ ਕਲਾਸ ਦਾ ਕਰਿਕੂਲਮ ਹੁੰਦਾ ਉਹ ਡਿਸਾਈਡ ਕਰਦੇ ਹੈਗੇ ਆ। ਪਰ ਪਿਛਲੇ ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ, ਖਾਸ ਕਰਕੇ ਆਪਾਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਿਆ ਹੈਗਾ। ਇਹ ਜਿਹੜਾ ਇੱਕ ਕੇਸ ਹੈਗਾ ਆ ਮੌਂਟਗੋਮਰੀ ਕਾਉਂਟੀ ਸਕੂਲ ਸਿਸਟਮ ਦਾ ਆ, ਮੈਰੀਲੈਂਡ ਦਾ, ਜਿੱਥੇ 1,60,000 ਦੇ ਕਰੀਬ ਸਟੂਡੈਂਟਸ ਆ ਸਾਰੇ ਫੇਸ ਤੇ। ਸਕੂਲ ਬੋਰਡ ਨੇ 5 ਸਟੋਰੀ ਬੁੱਕਸ ਜਿਹਦੇ ਵਿੱਚ LGBTQ ਪਲੱਸ ਕਰੈਕਟਰ ਫॉर ਯੂਜ਼ ਇਨ ਐਲੀਮੈਂਟਰੀ ਕਲਾਸਿਸ ਇਹ ਜਿਹੜਾ ਉਹ ਕਲਾਸਾਂ ਦੇ ਵਿੱਚ ਲਾ ਦਿੱਤਾ। ਸੋ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਆ ਉਹਨਾਂ ਨੇ ਇਸ ਨੂੰ ਆਬਜੈਕਟ ਕੀਤਾ ਤੇ ਕਹਿੰਦੇ ਭਈ ਇਹ ਸਾਡਾ ਜਿਹੜਾ ਮਟੀਰੀਅਲ ਪ੍ਰੋਵਾਈਡ ਕਰ ਰਹੇ ਬੱਚਿਆਂ ਨੂੰ ਸਾਡੇ ਧਾਰਮਿਕ ਯਕੀਨ ਰਿਲੀਜੀਅਸ ਬਲੀਫ ਦੇ ਕਨਫਲਿਕਟ ਕਰਦਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਕੇਸ ਆ ਉਹ ਉੱਥੇ ਪਹੁੰਚਿਆ ਆ ਵੀ ਕਿਸ ਤਰ੍ਹਾਂ ਇੱਕ 10 ਸਾਲਾਂ ਦੀ ਜਿਹੜੀ ਬੱਚੀ ਆ ਉਹ ਆਪਣੇ ਪੇਰੈਂਟਸ ਨਾਲ ਜਦ ਉਹਨੂੰ ਗੱਲ ਕੀਤੀ ਵੀ ਮੈਂ ਤਾਂ ਕਨਫਿਊਜ਼ ਆ, ਤੁਸੀਂ ਮੈਨੂੰ ਕੀ ਕਹਿੰਦੇ ਆ ਬੁੱਕ ਦੇ ਵਿੱਚ ਜਿਹੜਾ ਆ ਉਹ ਕੀ ਲਿਖਿਆ ਗਿਆ ਹੈਗਾ। ਸੋ ਅਲਟੀਮੇਟਲੀ ਹੁਣ ਇਹ ਕੇਸ ਸੁਪਰੀਮ ਕੋਰਟ ਦੇ ਕੋਲ ਗਿਆ। ਜਿਹੜਾ ਕੇਸ ਦੀ ਮੈਂ ਡਿਸਕਸ ਕਰ ਰਿਹਾ, ਕਹਿੰਦੇ ਵੀ ਉਹਨਾਂ ਨੇ ਸਕੂਲ ਬੋਰਡ ਨਾਲ ਵੀ ਮੀਟਿੰਗ ਕੀਤੀ, 1,000 ਤੋਂ ਵੱਧ ਲੋਕ ਉੱਥੇ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਇਹ ਤੁਹਾਨੂੰ ਨਹੀਂ ਪੜ੍ਹਾਉਣੀਆਂ ਚਾਹੀਦੀਆਂ। ਪੇਰੈਂਟਸ ਦੇ ਨਾਲ ਐਗਰੀ ਕਰਕੇ ਜਿਹੜਾ ਸਕੂਲ ਆ ਉਸ ਨੂੰ ਡਿਸਾਈਡ ਕਰਨਾ ਚਾਹੀਦਾ ਹੈਗਾ ਸਕੂਲ ਦਾ ਕਰਿਕੂਲਮ। ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਵਾਲੀ ਸਾਈਡ 'ਚ ਸੈਨ ਬਰਨਾਰਡੋ ਕਾਉਂਟੀ 'ਚ ਹੋਰ ਉੱਥੇ ਤਾਂ ਕਈ ਸਕੂਲਾਂ ਦੇ ਵਿੱਚ ਜਦੋਂ ਬੋਰਡ ਮੀਟਿੰਗ ਹੋਈਆਂ ਸੀ ਕਾਫੀ ਲੜਾਈ ਝਗੜੇ ਵੀ ਬਹੁਤ ਹੋਏ ਸੀ ਇਸ ਤਰ੍ਹਾਂ ਦੇ ਜਿਹੜੇ ਸਕੂਲ ਦੇ ਵਿੱਚ ਕੀ ਕੁਝ ਪੜ੍ਹਾਇਆ ਜਾਣਾ ਚਾਹੀਦਾ ਹੈਗਾ। ਸੋ ਇਹ ਕੇਸ ਹੁਣ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਚੱਲ ਗਿਆ ਤੇ ਉੱਥੇ ਹੁਣ ਸੁਪਰੀਮ ਕੋਰਟ ਡਿਸਾਈਡ ਕਰੂਗੀ ਵੀ ਇਹਦੇ ਬਾਰੇ ਹੁਣ ਕੌਣ ਜਿਹੜਾ ਆ ਸਕੂਲਾਂ ਦਾ ਜਿਹੜਾ ਕਰਿਕੂਲਮ ਆ ਉਹ ਡਿਸਾਈਡ ਕਰੂਗਾ। ਦੂਸਰੇ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਤਾਂ ਤੁਹਾਨੂੰ ਪਤਾ ਹੀ ਆ ਵੀ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰਨ ਤੇ ਆਏ ਹੋਏ ਆ ਫੈਡਰਲ ਲੈਵਲ ਤੇ ਉਹ ਕਹਿੰਦੇ ਵੀ ਆਪਾਂ ਸਟੇਟਸ ਨੂੰ ਪਾਵਰ ਦੇਣੀ ਆ, ਸਟੇਟ ਡਿਸਾਈਡ ਕਰੇ ਕਿਹੜੀ ਚੀਜ਼ ਜਿਹੜੀ ਆ ਉਹ ਉਹਨਾਂ ਨੇ ਪੜ੍ਹਾਉਣੀ ਆ, ਕਿਸ ਤਰ੍ਹਾਂ ਜਿਹੜੀ ਬੱਚਿਆਂ ਨੂੰ ਉਹ ਐਜੂਕੇਸ਼ਨ ਆ ਦੇਣੀ ਹੈਗੀ ਆ। ਸੋ ਮੈਜੋਰਟੀ ਜਿਹੜੇ ਬੱਚੇ ਆ ਉਹ ਪਬਲਿਕ ਸਕੂਲ 'ਚ ਜਾਂਦੇ ਆ, ਪਰ ਸਾਡੇ ਜਿਹੜੇ 9 ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦੇ ਵਿੱਚੋਂ ਸਿਰਫ 3 ਜਾਣੇ ਪਬਲਿਕ ਸਕੂਲ 'ਚ ਪੜ੍ਹੇ ਹੋਏ ਆ, ਬਾਕੀ ਸਾਰੇ ਜਿਹੜੇ ਆ 6 ਜੱਜ ਉਹ ਪ੍ਰਾਈਵੇਟ ਕੈਥੋਲਿਕ ਸਕੂਲ ਦੇ ਵਿੱਚ ਪੜ੍ਹੇ ਹੋਏ ਆ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਆਪਾਂ ਕਰਾਂਗੇ ਇਮੀਗ੍ਰੇਸ਼ਨ ਦੀਆਂ ਕੁਝ ਹੋਰ ਖਬਰਾਂ ਨੂੰ ਜਿਹੜਾ ਉਹ ਲੈ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰਦੇ ਜਾਈਏ, ਜਿਹੜੇ ਸਟੂਡੈਂਟ ਵੀਜ਼ੇਜ਼ ਨੂੰ ਜਿਹੜਾ ਉਹ ਲੈ ਕੇ ਆ ਜੱਜ ਨੇ ਹੁਣ ਆਦੇਸ਼ ਦਿੱਤੇ ਨੇ ਆਈਸ ਨੂੰ ਵੀ ਭਾਈ ਜਿਹੜੇ 133 ਸਟੂਡੈਂਟਸ ਦਾ ਤੁਸੀਂ ਲੀਗਲ ਸਟੇਟਸ ਰੱਦ ਕਰ ਦਿੱਤਾ ਆ, ਉਸ ਨੂੰ ਤੁਰੰਤ ਜਿਹੜਾ ਆ ਉਹ ਮੁੜ ਬਹਾਲ ਕੀਤਾ ਜਾਵੇ। ਇਹ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਆਦੇਸ਼ ਆਈਸ ਨੂੰ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੂੰ ਦਿੱਤੇ ਆ। ਇਹਨਾਂ ਦੇ ਕੋਲ ਅੱਜ 22 ਅਪ੍ਰੈਲ ਦੀ 5 ਵਜੇ ਤੱਕ ਦਾ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਟਾਈਮ ਦਿੱਤਾ ਹੈ ਉਹਨਾਂ ਨੇ। ਜਿਹੜੀ ਡੈਡਲਾਈਨ ਆ ਵੀ ਵੀਜ਼ਾਸ ਜਿਹੜੇ ਆ ਉਹ ਰਿਸਟੋਰ ਕੀਤੇ ਜਾਣ। ਜਿਹੜੇ ਸੰਵਿਧਾਨ ਆ ਉਹ ਪ੍ਰੋਟੈਕਟ ਕਰਦਾ ਆ ਹਰ ਇੱਕ ਇਨਸਾਨ ਨੂੰ, ਇਰਰਿਸਪੈਕਟਿਵ ਕਹਿੰਦੇ ਵੀ ਉਹ ਅਮਰੀਕਨ ਸਿਟੀਜ਼ਨ ਆ ਜਾਂ ਨਹੀਂ, ਜੇ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਹੈਗਾ ਆ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਡਿਊ ਪ੍ਰੋਸੈਸ ਨੂੰ ਇਗਨੋਰ ਨਹੀਂ ਜਿਹੜਾ ਉਹ ਕਰ ਸਕਦਾ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉਹ ਵਿਦਿਆਰਥੀਆਂ ਨੂੰ ਡਰਾ ਰਹੇ ਆ ਅਨਜਸਟੀਫਾਈਬਲੀ, ਕਹਿੰਦੇ ਵੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਲਾਸ ਹੋਇਆ, ਅਰੈਸਟ ਹੋਈ, ਡੈਪੋਟੇਸ਼ਨ ਹੋਈਆਂ ਆ, ਇਹ ਟੋਟਲੀ ਗਲਤ ਚੀਜ਼ ਜਿਹੜੀ ਉਹ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਉਹਨਾਂ ਦੀ ਪਾਲਿਸੀ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਇੱਕ ਸੈਂਟਰਲ ਫੋਕਸ ਪੁਆਇੰਟ ਜਿਹੜਾ ਉਹ ਹੈਗਾ ਆ। ਟਰੰਪ ਹੋਣਾ ਨੇ ਬਹੁਤ ਸਾਰੇ ਐਗਜ਼ੈਕਟਿਵ ਆਰਡਰਸ ਇਸੇ ਤਹਿਤ ਜਿਹੜੇ ਉਹ ਲਗਾਏ ਹੈਗੇ ਆ। ਇਸੇ ਸਾਲ ਦੇ ਵਿੱਚ ਇਹਨਾਂ ਨੇ ਜਿਹੜੇ ਪ੍ਰੋ ਪੈਲਸਟੀਨ ਐਕਟਿਵਿਜ਼ਮ ਕਾਲਜ ਕੈਂਪਸਿਸ ਨੂੰ ਲੈ ਕੇ ਐਗਜ਼ੈਕਟਿਵ ਆਰਡਰ ਵੀ ਜਾਰੀ ਕੀਤਾ ਸੀ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉਲਟ ਜਿਨ੍ਹਾਂ ਦੇ ਉੱਤੇ ਅਜਿਹੇ ਦੋਸ਼ ਆ। ਪਰ ਕਹਿੰਦੇ ਵੀ ਆਰਗਿਊ ਇਹ ਕੀਤਾ ਜਾ ਰਿਹਾ ਵੀ ਇਹ ਜਿਹੜਾ ਐਗਜ਼ੈਕਟਿਵ ਆਰਡਰ ਸੰਵਿਧਾਨ ਦੀ ਜਿਹੜੀ ਇੱਕ ਤੁਹਾਡੀ ਫਰੀडम ਆਫ ਸਪੀਚ ਆ, ਫ੍ਰੀ ਸਪੀਚ ਦੇ ਉਲਟ ਜਿਹੜਾ ਉਹ ਜਾਂਦਾ ਆ, ਤੇ ਵੀਜ਼ਾ ਕੈਂਸਲੇਸ਼ਨ ਸਿੱਧੇ ਤੌਰ ਦੇ ਉੱਤੇ ਉਸ ਦੇ ਨਾਲ ਜਿਹੜਾ ਉਹ ਲਿੰਕ ਕਰਕੇ ਦੇਖਿਆ ਜਾ ਰਿਹਾ ਆ। ਸੋ ਲਾਸੂਟ ਜਿਹੜਾ ਆ ਆਈਸ ਦੇ ਉਲਟ, ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਸੇ ਤਰੀਕੇ ਦੇ ਨਾਲ, ਇਸੇ ਆਧਾਰ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਲਾਫੁਲੀ ਜਿਹੜੇ ਸਰਵਿਸ ਰੈਕਰਡਸ ਆ ਇਹਨਾਂ ਬੱਚਿਆਂ ਦੇ ਜਿਹੜੇ F1 ਵੀਜ਼ੇ ਦੇ ਉੱਤੇ ਹੁੰਦੇ ਆ, ਜਿਹਨੂੰ ਸਟੂਡੈਂਟ ਵੀਜ਼ਾ ਆਖਿਆ ਜਾਂਦਾ ਆ, ਵੀ ਉਹਨਾਂ ਨੂੰ ਜਾਣਬੁੱਝ ਕੇ ਉੱਥੋਂ ਗਾਇਬ ਕਰ ਦਿੱਤਾ ਸੀ, ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ। ਕਈਆਂ ਨੇ ਸੈਲਫ ਡਿਪੋਰਟ ਵੀ ਕਰ ਲਿਆ ਹਰਜੋਤ ਸਿੰਘ ਜੀ, ਕਈਆਂ ਨੂੰ ਜਿਹੜਾ ਇਹਨਾਂ ਨੇ ਡਿਪੋਰਟ ਵੀ ਕਰ ਦਿੱਤਾ। ਪਰ ਹੁਣ 133 ਵਿਦਿਆਰਥੀਆਂ ਦੇ ਮੁੜ ਵੀਜ਼ੇ ਬਹਾਲ ਕਰਨ ਦੀ ਜਿਹੜੇ ਆਦੇਸ਼ ਆ ਉਹ ਦੇ ਦਿੱਤੇ ਗਏ ਆ। 1500 ਤੋਂ ਵੱਧ ਜਿਹੜੇ ਕਹਿੰਦੇ ਵੀ ਸਟੂਡੈਂਟ ਵੀਜ਼ਾਸ ਹੁਣ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੈਂਟ ਜਿਹੜੇ ਸਟੂਡੈਂਟ ਵੀਜ਼ਾ ਹੋਲਡਰਸ ਆ ਉਹਨਾਂ ਦੇ ਰੱਦ ਜਿਹੜੇ ਆ ਪੋਲੀਟੀਕਲ ਐਕਟਿਵਿਜ਼ਮ ਦੇ ਜਿਹੜੇ ਤਹਿਤ ਉਹ ਕੀਤੇ ਆ। ਹੁਣ ਜੱਜ ਨੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਅੱਜ ਸ਼ਾਮ ਤੱਕ ਦੇਖਦੇ ਆ ਵੀ ਵੀਜ਼ੇ ਬਹਾਲ ਕਰਦੇ ਆ ਜਾਂ ਨਹੀਂ। ਪਰ ਜਿਹੜੇ ਨਿਆਣੇ ਵਿੱਚ ਫਸ ਗਏ ਆ ਉਹ ਉਹਨਾਂ ਦਾ ਜਿਹੜਾ ਆ ਕਚੂੰਬਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਨਿਕਲ ਰਿਹਾ ਆ। ਬੜੀਆਂ ਆਸਾਂ ਉਮੀਦਾਂ ਦੇ ਨਾਲ ਸਟੂਡੈਂਟ ਵੀਜ਼ੇ ਵਾਲੇ ਜਿਹੜੇ ਇੱਥੇ ਆਉਂਦੇ ਆ ਵੀ ਚਲੋ ਕੰਮ ਵੀ ਕਰਾਂਗੇ, ਬਾਅਦ ਦੇ ਵਿੱਚ ਜੌਬ ਵੀ ਲੱਗੂਗੀ ਤੇ ਇੱਥੇ ਕੋਈ ਨਾ ਕੋਈ ਰਾਹ ਜਿਹੜਾ ਹੋਊਗਾ। ਪਰ ਇੱਥੇ ਕਈਆਂ ਦਾ ਇਹ ਵੀ ਕਹਿਣਾ ਵੀ ਜੇ ਪੜ੍ਹਨਾ ਆ ਤੇ ਪੜ੍ਹੋ, ਐਕਟਿਵਿਜ਼ਮ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ। ਪਰ ਇੱਕ ਮੌਲਿਕ ਅਧਿਕਾਰ ਹੁੰਦਾ ਆ, ਇੱਕ ਤੁਹਾਡਾ ਇਹ ਅਧਿਕਾਰ ਹੁੰਦਾ ਕਿਸੇ ਵੀ ਚੀਜ਼ ਦੇ ਤੁਸੀਂ ਹੱਕ ਜਾਂ ਅਗੇਂਸਟ ਦੇ ਵਿੱਚ ਹੋ ਸਕਦੇ ਆ। ਤੇ ਜੇ ਤੁਸੀਂ ਐਕਟਿਵਿਜ਼ਮ ਕਾਲਜਾਂ ਦੇ ਵਿੱਚੋਂ ਹੀ ਗਾਇਬ ਕਰ ਦਿੱਤਾ, ਮਨਫੀ ਕਰ ਦਿੱਤਾ, ਤਾਂ ਫਿਰ ਬਾਅਦ ਦੇ ਵਿੱਚ ਉਹ ਪੱਕੇ ਜਿਹੜੇ ਆ ਉਹ ਕਿਤੇ ਵੀ ਜਾ ਕੇ ਬੰਦਾ ਕਿਤੇ ਫਿਰ ਕੋਈ ਪ੍ਰੋਟੈਸਟ ਕਰਨੋਂ ਰਹਿ ਜਾਂਦਾ ਆ। ਜੀ ਹਰਜੋਤ ਸਿੰਘ। ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ ਅਰਜੈਂਟ ਟਰੈਵਲ ਰਿਮਾਈਂਡਰ ਜਾਰੀ ਕੀਤਾ ਹੈਗਾ ਆ ਫॉर ਇਮੀਗ੍ਰੈਂਟਸ ਅਪਡੇਟਿੰਗ ਐਡਰੈਸਸ ਓਨਲੀ ਥਰੂ USPS ਇਜ਼ ਨਾਟ ਇਨਫ। ਉਹ ਕਹਿੰਦੇ ਵੀ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੀਆਂ ਆਈਆਂ ਕੰਪਲੇਨ ਜਾਂ ਪਤਾ ਚੱਲ ਰਿਹਾ ਵੀ ਲੋਕ ਆਪਣੇ ਪੋਸਟ ਆਫਿਸ ਦੇ ਉੱਤੇ ਐਡਰੈਸ ਚੇਂਜ ਕਰ ਲੈਂਦੇ ਵੀ ਮੈਂ ਜੀ ਅਪਾਰਟਮੈਂਟ ਬਦਲ ਲਈ ਜਾਂ ਮੈਂ ਘਰ ਬਦਲ ਲਿਆ, ਪਰ ਉਹਦਾ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਜਿਹੜੇ ਵੀ ਲੋਕ USA ਦੇ ਵਿੱਚ ਰਹਿ ਰਹੇ ਹੈਗੇ ਆ ਉਹਨਾਂ ਨੂੰ ਨਾਨ ਸਿਟੀਜ਼ਨ ਜਿਹੜੇ ਆ, ਇਹ ਧਿਆਨ ਰੱਖਿਓ, ਉਹਨਾਂ ਨੂੰ ਅਪਡੇਟ ਕਰਨਾ ਪੈਣਾ ਆ ਐਡਰੈਸ ਆਪਣਾ ਥਰੂ USCIS ਆਨਲਾਈਨ ਅਕਾਊਂਟ। ਸੋ ਉਹਦੇ ਨਾਲ ਜਿਹੜੀ ਤਾਂ ਕਿ ਤੁਹਾਡੀ ਕੋਈ ਚਿੱਠੀ ਵਗੈਰਾ ਜਾਂ ਈਮੇਲ ਉਹ ਮਿਸ ਨਾ ਹੋ ਜਾਵੇ। USPS ਦਾ ਕੋਈ ਲਿੰਕ ਨਹੀਂ ਹੈ ਇਮੀਗ੍ਰੇਸ਼ਨ ਦੇ ਨਾਲ ਅਪਡੇਟ ਕਰਨ ਨੂੰ। ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 10 ਦਿਨਾਂ ਦੇ ਵਿੱਚ ਕਹਿੰਦੇ ਵੀ US ਇਮੀਗ੍ਰੇਸ਼ਨ ਲਾ ਦੇ ਮੁਤਾਬਕ ਨਾਨ ਸਿਟੀਜ਼ਨ ਨੂੰ ਆਪਣਾ ਜੇ ਐਡਰੈਸ ਚੇਂਜ ਕਰਨਾ ਵਿਦਿਨ 10 days ਆਫ ਮੂਵਿੰਗ,
ਤੇ ਸੋ ਐਕਸੈਪਸ਼ਨ ਸਿਰਫ ਉਹਨਾਂ ਲਈ ਆ ਜਿਹੜੇ A ਔਰ G ਵੀਜ਼ਾਸ ਹੈਗੇ ਆ, ਖਾਸ ਕਰਕੇ ਡਿਪਲੋਮੈਟਿਕ ਔਰ ਗਵਰਨਮੈਂਟ ਆਫੀਸ਼ੀਅਲਸ ਜਿਹੜੇ ਵੀਜ਼ਾ ਵੇਵਰ ਪ੍ਰੋਗਰਾਮ ਦੇ ਅੰਡਰ ਹੈਗੇ ਆ। ਸੋ ਜੇ ਤੁਸੀਂ ਅਪਡੇਟ ਕਰਨਾ ਹੈ ਐਡਰੈਸ, ਉਹ ਕਹਿੰਦੇ ਵੀ ਤੁਹਾਨੂੰ ਵਕੀਲ ਦੀ ਜ਼ਰੂਰਤ ਨਹੀਂ, ਆਪ ਜਾ ਕੇ ਤੁਸੀਂ ਜਿਹੜਾ ਤੁਹਾਡਾ USCIS ਅਕਾਊਂਟ ਹੈਗਾ, ਐਂਟਰਪ੍ਰਾਈਜ਼ ਚੇਂਜ ਐਡਰੈਸ ECOA ਟੂਲ, ਉੱਥੇ ਆਨਲਾਈਨ ਜਾ ਕੇ ਤੁਸੀਂ ਜਿਹੜਾ ਆ ਫਾਰਮ AR11 ਏਲੀਅਨ ਚੇਂਜ ਆਫ ਐਡਰੈਸ ਕਾਰਡ ਉਹ ਭਰ ਸਕਦੇ ਹੋ। ਤੇ ਉਹਦੇ ਵਿੱਚ ਕੇਸ ਦੀ ਡਿਟੇਲ ਜ਼ਰੂਰ ਲਿਖੋ, ਆਪਣਾ ਕੇਸ ਨੰਬਰ, ਤੇ ਨਹੀਂ ਤਾਂ ਉਹ ਅਪਡੇਟ ਨਹੀਂ ਹੋਊਗਾ। ਤੇ ਕਹਿੰਦੇ ਵੀ USCIS is urging all immigrants to act immediately after moving। ਜੇ ਤੁਸੀਂ ਸਕਿਪ ਕਰ ਦਿੱਤਾ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਜਰਨੀ ਆ ਉਹ ਡਿਸਟਰਪਟ ਹੋ ਸਕਦੀ ਹੈਗੀ ਆ, ਟਰੈਵਲ ਡਾਕੂਮੈਂਟਸ ਡਿਲੇ ਹੋ ਸਕਦਾ ਹੈਗਾ, ਕ੍ਰਿਟੀਕਲ ਅਪਾਇੰਟਮੈਂਟ ਮਿਸ ਕਰ ਸਕਦੇ ਹੈਗੇ ਆ, ਜਾਂ ਕੋਈ ਤੁਹਾਨੂੰ ਜਿਹੜਾ ਨੋਟਿਸ ਆਣਾ ਹੈਗਾ ਆ। ਸੋ ਕਹਿੰਦੇ ਵੀ ਇਮੀਡੀਏਟਲੀ ਜਿਹੜਾ ਆਪਣਾ ਐਡਰੈਸ ਆ ਉਹ ਅਪਡੇਟ ਕਰੋ। ਇਹ ਟਰੈਵਲ ਐਂਡ ਟੂਰ ਵਰਲਡ ਐਡਵਾਈਜ਼ਰੀ ਜਿਹੜੀ ਆ ਉਹ USCIS ਵੱਲੋਂ ਜਾਰੀ ਕੀਤੀ ਗਈ ਹੈਗੀ ਜੀ। ਬਾਕੀ ਜਿਨ੍ਹਾਂ ਦੇ ਕੇਸਿਸ ਆ, ਜਿਨ੍ਹਾਂ ਦੇ ਵਕੀਲ ਹੈਗੇ ਆ, ਮੇਕ ਸ਼ੋਰ ਕਰੋ ਵੀ ਤੁਸੀਂ ਵਕੀਲ ਦੇ ਨਾਲ ਵੀ ਇਸ ਬਾਰੇ ਆਪਣੀ ਸਲਾਹ ਗੱਲਬਾਤ ਆ ਉਹ ਜੋ ਤੁਸੀਂ ਕਰ ਲਓ। ਕਿਹੜਾ ਫਾਰਮ ਭਰਨਾ ਆ, ਕਿੱਦਾਂ ਕਰਨਾ ਆ, ਤੁਸੀਂ ਖੁਦ ਅਕਾਊਂਟ 'ਚ ਕਰ ਸਕਦੇ ਆ ਜਾਂ ਤੁਹਾਡਾ ਵਕੀਲ ਹੀ ਜਿਹੜਾ ਉਹ ਕਰ ਸਕਦਾ ਆ। ਮੇਕ ਸ਼ੋਰ ਕਰੋ ਉਹਨਾਂ ਦੇ ਨਾਲ, ਉਹਨਾਂ ਦੇ ਆਫਿਸ ਦੇ ਨਾਲ ਤੁਸੀਂ ਕਮਿਊਨੀਕੇਟ ਜ਼ਰੂਰ ਕਰਕੇ ਰੱਖੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਮੀਗ੍ਰੇਸ਼ਨ ਨੂੰ ਲੈ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਯਾਦ ਹੋਣਾ ਸ਼ੁਰੂਆਤ 'ਚ ਕਿਹਾ ਸੀਗਾ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਐਡਸ ਰਨ ਕਰਨਗੇ ਵੀ ਭਾਈ ਇੱਥੇ ਨਾ ਆਓ, ਇੱਥੇ ਤੁਹਾਡਾ ਜਿਹੜਾ ਕੁਛ ਵੀ ਜਿਹੜਾ ਉਹ ਨਹੀਂ ਬਣਨਾ। ਕਹਿੰਦੇ ਵੀ ਹੁਣ ਇਸੇ ਤਰੀਕੇ ਦੀ ਇੱਕ TV ਐਡ ਜਿਹੜੀ ਪ੍ਰੋਡਿਊਸ ਕੀਤੀ ਗਈ ਸੀ DHS ਦੇ ਦੁਆਰਾ, ਜਿਹਦੇ ਵਿੱਚ ਸੈਕਟਰੀ ਕ੍ਰਿਸਟੀ ਨਿਯੋਮ ਖੁਦ ਸੀ, ਉਸ ਦਾ ਜਿਹੜਾ ਕਹਿੰਦੇ ਵੀ ਹੁਣ ਵਿਵਾਦ ਹੋ ਗਿਆ, ਬੈਕਲੈਸ਼ ਜਿਹੜੀ ਉਹ ਹੋ ਰਹੀ ਆ, ਜਦ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਸ਼ੈਨਬਾਉਮ ਆ ਉਸਨੇ ਇਸ ਦੀ ਰਿਮੂਵਲ ਦੀ ਮੰਗ ਜਿਹੜੀ ਉਹ ਕਰ ਦਿੱਤੀ ਆ। ਮਲਟੀ ਮਿਲੀਅਨ ਡਾਲਰਸ ਦੀਆਂ ਜਿਹੜੀਆਂ ਗਲੋਬਲ ਐਡ ਕੈਂਪੇਨ ਆ ਉਹ ਇਸ ਟਾਈਮ ਅਮਰੀਕਾ ਰਨ ਕਰ ਰਿਹਾ ਆ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਦੇ ਜਿਹੜਾ ਉਹ ਵਿੱਚ ਇਸ ਚੀਜ਼ ਨੂੰ ਲੈ ਕੇ, ਇਸ ਡਿਜ਼ਾਈਨ ਨੂੰ ਲੈ ਕੇ ਵੀ ਜਿਹੜੇ ਮਾਈਗ੍ਰੈਂਟਸ ਅਮਰੀਕਾ 'ਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਜਾਂ ਸੋਚ ਰਹੇ ਆ ਉਹ ਇੱਧਰ ਨੂੰ ਨਾ ਆਉਣ। ਹੁਣ ਕਹਿੰਦੇ ਵੀ ਇਸ ਐਡ ਦੇ ਵਿੱਚ ਹੰਟ ਕਰਨ ਦੀ ਗੱਲ ਕਰ ਦਿੱਤੀ ਵੀ ਜਿਹੜੇ ਇਮੀਗ੍ਰੈਂਟਸ ਆ, ਮਾਈਗ੍ਰੈਂਟਸ ਆ, ਉਹਨਾਂ ਨੂੰ ਤੁਸੀਂ ਹੰਟ ਜਿਹੜਾ ਉਹ ਕਰਨਾ ਚਾਹੀਦਾ ਆ। ਸੋ 60 ਸੈਕਿੰਡ ਦੀ ਜਿਹੜੀ ਕਹਿੰਦੇ ਵੀ ਇਸ ਦੇ ਵਿੱਚ ਕਮਰਸ਼ੀਅਲ ਆ ਤੇ ਪ੍ਰੈਜ਼ੀਡੈਂਟ ਜਿਹੜੀ ਕਲੌਡੀਆ ਸ਼ੈਨਬਾਉਮ ਆ ਮੈਕਸੀਕੋ ਦੀ, ਉਹਨਾਂ ਨੇ ਕਿਹਾ ਵੀ ਇਹ ਡਿਸਕ੍ਰਿਮੀਨੇਟਰੀ ਆ, ਵੀ ਇਹ ਇਸ ਦੇ ਵਿੱਚ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਸ਼ੋ ਹੁੰਦਾ ਆ। ਕਹਿੰਦੇ ਵੀ ਪ੍ਰੋਮਿਸ ਉਹਨਾਂ ਨੇ ਕੀਤਾ ਵੀ ਉਹ ਲੈਜਿਸਲੇਸ਼ਨ ਕਾਂਗਰਸ ਦੇ ਵਿੱਚ ਅਜਿਹਾ ਜਿਹੜਾ ਉਹ ਲਿਆਉਣਗੇ ਤਾਂ ਜੋ ਇਦਾਂ ਦੀਆਂ ਜਿਹੜੇ ਕਮਰਸ਼ੀਅਲਸ ਆ ਉਹਨਾਂ ਨੂੰ ਬੈਨ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਸਕੇ। ਸੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਇਸ ਐਡ ਦੇ ਵਿੱਚ ਜਿਹੜੀ ਕ੍ਰਿਸਟੀ ਨਿਯੋਮ ਆ ਉਹ ਕਹਿੰਦੇ ਨਜ਼ਰ ਆਉਂਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਤੇ ਮੇਰਾ ਕਹਿੰਦੇ ਵੀ ਇੱਕ ਕਲੀਅਰ ਮੈਸੇਜ ਆ ਵੀ ਜਿਹੜੇ ਵੀ ਸਾਡੇ ਮੁਲਕ ਦੇ ਵਿੱਚ, ਕੰਟਰੀ ਦੇ ਵਿੱਚ ਇਲੀਗਲੀ ਆਉਣਗੇ ਉਹ ਜਾਂ ਹੈਗੇ ਨੇ ਉਹ ਲੀਵ ਨਾਓ, ਵੀ ਹੁਣੇ ਨਿਕਲ ਜਾਓ, ਸੈਲਫ ਡਿਪੋਰਟ ਕਰ ਲਓ, ਅਦਰਵਾਈਜ਼ ਵੀ ਵਿਲ ਹੰਟ ਯੂ ਡਾਊਨ, ਅਰੈਸਟ ਯੂ, ਡਿਪੋਰਟ ਯੂ। ਤੇ ਕਹਿੰਦੇ ਵੀ ਫ੍ਰੀ CBP ਦੀ ਹੋਮ ਐਪ ਅੱਜ ਹੀ ਡਾਊਨਲੋਡ ਕਰਕੇ ਤੁਸੀਂ ਆਪਣੇ ਆਪ ਨੂੰ ਜਿਹੜਾ ਸੈਲਫ ਡਿਪੋਰਟ ਕਰ ਸਕਦੇ ਆ। ਸੋ ਜਿਹੜਾ ਹੰਟ ਸ਼ਬਦ ਆ ਉਸ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਨੇ ਹੁਣ ਵਿਵਾਦ ਕਰ ਰਿਹਾ। ਕਹਿੰਦੇ ਵੀ ਇਹ ਹੁਣ ਸ਼ਿਕਾਰ ਥੋੜੀ ਕਰਨਾ ਆ ਵੀ ਉੱਥੇ ਜਾ ਕੇ ਕੋਈ ਮੂਸ ਦਾ ਸ਼ਿਕਾਰ ਕਰਦਾ, ਕੋਈ ਹਿਰਨ ਦਾ ਸ਼ਿਕਾਰ ਕਰ ਰਿਹਾ, ਕੋਈ ਜੰਗਲੀ ਸੂਰ ਦਾ ਕਰ ਰਿਹਾ। ਕਹਿੰਦੇ ਮਾਈਗ੍ਰੈਂਟਸ ਫਿਰ ਵੀ ਇਨਸਾਨ ਆ, ਉਹਨਾਂ ਦੇ ਲਈ ਇਦਾਂ ਦੇ ਜਿਹੜੇ ਸ਼ਬਦ ਵਰਤਨੇ ਆ ਉਹ ਚੰਗੇ ਨਹੀਂ ਲੱਗਦੇ ਜੀ। ਕੁਝ ਕੁ ਇਕਨੋਮੀ ਨਾਲ ਗੱਲਬਾਤ ਜੇ ਕਰਦੇ ਜਾਈਏ, ਕਹਿੰਦੇ US will absolutely have a recession in 2025 if high tariffs stay, Apollo's log say। ਸੋ ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਟੈਰਿਫ ਚੱਲ ਰਹੇ ਹੈਗੇ ਆ, ਜੇ ਇਹ ਕੁਝ ਚੱਲਦਾ ਰਿਹਾ ਤੇ US ਰਿਸੈਸ਼ਨ ਦੇ ਵਿੱਚ ਆ ਸਕਦਾ ਆ ਇਸੇ ਸਾਲ ਦੇ ਵਿੱਚ। ਕਹਿੰਦੇ ਵੀ ਸੈਕੰਡ ਕੁਆਰਟਰ ਦੇ ਵਿੱਚ ਇਹਦਾ ਜਿਹੜਾ ਅਸਰ ਆ ਉਹ ਤੁਸੀਂ ਆਲਰੇਡੀ ਦੇਖਣਾ ਸ਼ੁਰੂ ਕਰ ਦਿੱਤਾ ਹੈਗਾ। ਬਹੁਤ ਸਾਰੇ ਕਾਰ ਡੀਲਰਸ਼ਿਪਸ ਉਹ ਆਪਣੀਆਂ ਕਾਰਾਂ ਨਹੀਂ ਸੈਲ ਕਰ ਸਕਦੇ ਹੈਗੇ, ਪ੍ਰਾਈਸਸ ਵੱਧ ਗਈਆਂ ਹੈਗੀਆਂ, ਇੰਟਰਸਟ ਰੇਟ ਹਾਈ ਹੈਗੇ ਆ। ਤੇ ਲੱਗ ਇਹੀ ਰਿਹਾ ਆ ਵੀ ਜੋ ਟੈਰਿਫ ਆ, ਕਿਉਂਕਿ ਬਾਕੀ ਕੰਟਰੀਆਂ ਤੋਂ ਤਾਂ ਘਟਾ ਦਿੱਤੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਪਰ ਚਾਈਨਾ ਤੇ ਜਿੰਨੇ ਲਾਏ ਹੋਏ ਆ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਟੈਰਿਫਸ ਘਟਣਗੇ। ਸੋ ਇਹਦਾ ਜਿਹੜਾ ਅਸਰ ਆ ਇਕਨੋਮੀ ਦੇ ਉੱਤੇ ਬਹੁਤ ਜ਼ਿਆਦਾ
ਪਊਗਾ। ਕਹਿੰਦੇ ਭਈ 145% ਐਕਸਟਰਾ ਕੌਣ ਜਿਹੜਾ ਆ ਇੱਕ ਚੀਜ਼ ਦੇ ਉੱਤੇ ਬੰਦਾ ਦੇਊਗਾ। ਅਲਟੀਮੇਟਲੀ ਤਾਂ ਕੰਜ਼ਿਊਮਰ ਦੇ ਉੱਤੇ ਹੀ ਇਹ ਸਾਰਾ ਕੁਝ ਆਉਣਾ ਹੈਗਾ ਆ। ਰੀਟੇਲ ਦੇ ਵਿੱਚ ਸਲੰਪ ਬਹੁਤ ਜ਼ਿਆਦਾ ਆ ਸਕਦਾ, ਜਿਹਦੇ ਨਾਲ ਲੇਬਰ ਮਾਰਕੀਟ ਤੇ ਅਸਰ ਪਊਗਾ। ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟ ਆ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਜਿਨ੍ਹਾਂ ਦੇ ਕੋਲ 500 ਤੋਂ ਘੱਟ ਵਰਕਰਸ ਹੈਗੇ ਆ, ਜੋ ਅਮਰੀਕਾ ਦੀ 80% ਇੰਪਲੋਇਮੈਂਟ ਕੈਰੀ ਕਰਦੇ ਆ। ਸੋ ਇਹ ਆਪਾਂ ਪਹਿਲਾਂ ਵੀ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ ਵੀ ਜਿਹੜੇ ਸਮਾਲ ਬਿਜ਼ਨਸਿਸ ਆ ਅਮਰੀਕਾ ਦੇ ਵਿੱਚ 80% ਇੰਪਲੋਇਮੈਂਟ ਉਹਨਾਂ ਦੇ ਉੱਤੇ ਆ। ਸਲੋਕ ਦੇ ਮੁਤਾਬਕ ਉਹ ਕਹਿੰਦੇ ਆ ਵੀ ਤੇ ਇੰਟਰਨੈਸ਼ਨਲ ਮੋਨਿਟਰੀ ਫੰਡ ਵੀ ਇਹ ਕਹਿ ਰਿਹਾ ਆ, ਪਰ ਚਾਂਸਸ ਉਧਰ ਨੂੰ ਰਿਸੈਸ਼ਨ ਵੱਲ ਨੂੰ ਜਾ ਰਹੇ ਹੈਗੇ ਆ। ਸਮਾਲ ਬਿਜ਼ਨਸਿਸ ਹਰਟ ਹੋ ਰਹੇ ਹੈਗੇ ਆ। ਸਾਰਿਆਂ ਨੇ ਦੇਖਿਆ ਹੀ ਹੋਣਾ, ਜਿਨ੍ਹਾਂ ਦੇ ਗਰੋਸਰੀ ਸਟੋਰ ਵੀ ਆ, ਜਾਂ ਗੈਸ ਸਟੇਸ਼ਨ ਆ, ਜਾਂ ਰੈਸਟੋਰੈਂਟਸ ਵੀ ਆ, ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਸੇਲ ਆ ਉਹ ਘਟਦੀ ਜਾ ਰਹੀ ਹੈਗੀ ਆ। ਇੰਟਰਨੈਸ਼ਨਲ ਜੀ ਮੋਨਿਟਰੀ ਫੰਡ ਨੇ ਵੀ ਵਾਰਨਿੰਗ ਦਿੱਤੀ ਹੈਗੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਟ੍ਰੇਡ ਵਾਰ ਆ, ਇਹ ਯੂਐਸ ਦੀ ਪ੍ਰੋਸਪੈਰਿਟੀ ਨੂੰ ਬਹੁਤ ਹਾਰਡ ਹਿੱਟ ਕਰੂਗਾ। ਅੱਜ ਦਾ ਜਿਹੜਾ CNN ਆ ਉਹ ਰਿਪੋਰਟ ਕਰ ਰਿਹਾ, ਕਹਿੰਦੇ ਵੀ ਜਿਹੜੀ ਗਲੋਬਲ ਇਕਨੋਮਿਕ ਗਰੋਥ ਆ ਉਹ ਸਲੋ ਡਾਊਨ ਹੋ ਜਾਊਗੀ 2.8% ਇਸ ਸਾਲ, ਜੋ ਕਿ ਪਿਛਲੇ ਸਾਲ 3.3% ਸੀ। ਸੋ 3.3% ਤੋਂ ਘਟ ਕੇ 2.8% ਤੇ ਰਹਿ ਜਾਊਗੀ, ਜੋ ਕਿ ਕਹਿੰਦੇ ਹਿਸਟੋਰੀਕਲ ਦੇਖਿਆ ਜਾਵੇ ਤਾਂ ਸਿਗਨੀਫਿਕੈਂਟਲੀ ਬਲੋ ਹੈਗਾ ਹਿਸਟੋਰੀਕਲ ਐਵਰੇਜ ਤੋਂ। ਤੇ ਜੀ ਸਲੋ ਡਾਊਨ USA ਦੇ ਵਿੱਚ ਹੋਰ ਵੀ ਥੱਲੇ ਜਾ ਸਕਦਾ ਆ 2025 ਦੇ ਐਂਡ ਤੱਕ 1.8% ਦੇ ਲਾਗੇ ਛਾਗੇ, ਜਦੋਂ ਕਿ 2.8% ਐਕਸਪੈਂਸ਼ਨ 2024 ਦੇ ਵਿੱਚ ਹੋਈ ਸੀ। ਸੋ ਇਹ ਕਾਫੀ ਜ਼ਿਆਦਾ ਜਿਹੜਾ ਅਸਰ ਆ ਇਕਨੋਮੀ ਤੇ ਪੈਣ ਜਾ ਰਿਹਾ ਹੈ। ਇੱਕ ਕੁਇਕ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜਦੇ ਹਾਂ ਵਾਪਸ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੁਝ ਕੁ ਜਿਹੜੇ ਮਿੰਟ ਰਹਿੰਦੇ ਆ ਆਪਾਂ ਹੋਰ ਇਕਨੋਮੀ ਨਾਲ ਰਿਲੇਟਡ ਜੇ ਗੱਲਬਾਤ ਕਰਦੇ ਜਾਈਏ। ਅੱਜ ਦਾ ਜਿਹੜਾ ਵਾਲ ਸਟਰੀਟ ਜਰਨਲ ਆ ਉਹ ਰਿਪੋਰਟ ਕਰ ਰਿਹਾ ਵੀ ਡਾਓ ਹੈਡਡ ਫॉर द ਵਰਸਟ ਅਪ੍ਰੈਲ ਸਿੰਸ 1932 ਐਜ਼ ਇਨਵੈਸਟਰਸ ਸੈਂਡ ਨੋ ਕੌਨਫੀਡੈਂਸ ਸਿਗਨਲ। ਸੋ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਵਿੱਚ ਕੌਨਫੀਡੈਂਸ ਹੈ ਨਹੀਂ ਤੇ ਡਾਓ ਜੋਨ ਇੰਡਸਟਰੀਅਲ ਜੋ ਆ ਕਹਿੰਦੇ ਪਈ ਜੇ ਅਪ੍ਰੈਲ ਦਾ ਮਹੀਨਾ ਦੇਖਿਆ ਜਾਵੇ, ਕਿਉਂਕਿ ਅਪ੍ਰੈਲ ਦੇ ਵਿੱਚ ਡਾਓ ਜੋਨ ਇੰਡਸਟਰੀਅਲ ਬਹੁਤ ਡਾਊਨ ਗਿਆ, ਹਾਲਾਂਕਿ ਅੱਜ ਕਾਫੀ ਉੱਪਰ ਗਿਆ, ਪਰ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ 1932 ਤੋਂ ਬਾਅਦ ਇਹ ਦੇਖਣ ਦੇ ਵਿੱਚ ਮਿਲਿਆ ਹੈ। ਜੀ ਬਿਲਕੁਲ, ਉੱਦਾਂ ਦੱਸਦੇ ਜਾਈਏ ਅੱਜ ਮਾਰਕੀਟ ਛਾਲਾਂ ਮਾਰ ਰਹੀ ਆ ਤਕਰੀਬਨ 1000 ਪੁਆਇੰਟ ਜਿਹੜੀ ਆ ਉਹ ਜਦੋਂ ਹੁਣ ਆਪਾਂ ਤੁਹਾਡੇ ਨਾਲ ਦਾ 10 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਗੱਲਬਾਤ ਕਰ ਰਹੇ ਆ ਤੇ ਕੱਲ ਦੇ ਮੁਕਾਬਲੇ 1000 ਪੁਆਇੰਟ ਜਿਹੜੀ ਉੱਤੇ ਚੱਲ ਰਹੀ ਆ। ਡਾਓ ਜੋਨ, S&P ਤੇ ਨੈਸਡੈਕ ਤਿੰਨੇ ਹੀ 2.5 ਤੋਂ 3% ਜਿਹੜੀਆਂ ਉਹ ਉੱਤੇ ਨੂੰ ਕੱਲ ਦੇ ਮੁਕਾਬਲੇ ਇਹ ਗਈਆਂ ਹੈਗੀਆਂ ਆ। ਉਧਰ ਅੱਜ ਟੈਸਲਾ ਦੀ ਅਰਨਿੰਗ ਕਾਲ ਆਉਣੀ ਆ। ਟੈਸਲਾ ਦੀ ਅਨਪੋਪੂਲੈਰਿਟੀ ਦਾ ਅਸਰ ਇਹਨਾਂ ਦੇ ਸਟਾਕ ਦੇ ਉੱਤੇ ਕਿੱਦਾਂ ਦਾ ਰਹੂਗਾ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਹੈ। ਟੈਸਲਾ ਦੀ ਅਨਪੋਪੂਲੈਰਿਟੀ ਘੱਟ, ਈਲਨ ਮਸਕ ਦੀ ਅਨਪੋਪੂਲੈਰਿਟੀ ਦਾ ਜਿਹੜਾ ਇਸ ਦੇ ਵਿੱਚ ਜ਼ਿਆਦਾ ਜਿਹੜਾ ਉਹ ਰੌਲਾ ਪਿਆ ਹੈ, ਕਾਫੀ ਵਿਵਾਦਾਂ ਦੇ ਵਿੱਚ ਘਿਰੇ ਹੋਣ ਕਰਕੇ। ਹਾਲ ਦੀ ਘੜੀ ਟੈਸਲਾ ਬਾਰੇ ਇਹ ਪਤਾ ਲੱਗ ਰਿਹਾ ਹੈ ਵੀ 800 ਮਿਲੀਅਨ ਦਾ ਨੈਗੇਟਿਵ ਕੈਸ਼ ਫਲੋ ਇਹਨਾਂ ਦਾ ਪਿਛਲੇ ਸਾਲ ਦੇ ਵਿੱਚ ਰਿਹਾ ਆ। ਸੋ ਲਿਕੁਇਡਿਟੀ ਦੀ ਕਹਿੰਦੇ ਉਦਾਂ ਪ੍ਰੋਬਲਮ ਤਾਂ ਨਹੀਂ ਆ, ਪਰ ਇਹ ਇਨਵੈਸਟਰਸ ਕਈ ਚੀਜ਼ਾਂ ਨੂੰ ਲੈ ਕੇ, ਚਾਹੇ ਈਲਨ ਮਸਕ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜ਼ਰੂਰ ਕਈ ਸਵਾਲ ਜਿਹੜੇ ਉਹਨਾਂ ਦੇ ਮਨਾਂ 'ਚ ਚੱਲ ਰਹੇ ਆ। ਤੇ ਹਰਜੋਤ ਸਿੰਘ ਜੀ, ਜਿਹੜੀ ਖਬਰ ਇੱਕ ਮਹਿਮੂਦ ਖਲੀਲ ਦੇ ਨਾਲ ਸੰਬੰਧਿਤ ਆ ਰਹੀ ਆ, ਉਸ ਦੀ ਜਿਹੜੀ ਉਹ ਖੁਦ ਉਹਦਾ ਗ੍ਰੀਨ ਕਾਰਡ ਸਿਟੀਜ਼ਨ ਆ। ਇਹ ਆਪਾਂ ਨੂੰ ਪਤਾ, ਉਸਨੂੰ ਫਿਰ ਡਿਟੇਨ ਕੀਤਾ ਹੋਇਆ ਕੋਲੰਬੀਆ ਦੇ ਵਿੱਚ ਜਿਹੜੇ ਪ੍ਰੋ ਪੈਲਸਟੀਨ ਰੈਲੀਜ਼ ਪ੍ਰੋਟੈਸਟ ਹੋਈਆਂ ਸੀ ਉਸ ਦੇ ਬਾਬਤ। ਉਸ ਦੀ ਜਿਹੜੀ US ਸਿਟੀਜ਼ਨ 5 ਨੂਰ ਅਬਦੁੱਲਾ, ਉਸ ਨੇ ਕਹਿੰਦੇ ਵੀ ਮੁੰਡੇ ਨੂੰ ਜਨਮ ਦਿੱਤਾ, ਪਰ ਉਸ ਨੂੰ ਇਸ ਜਨਮ ਦੇ ਮੌਕੇ ਪਹੁੰਚਣ ਦੇ ਲਈ ਇਜਾਜ਼ਤ ਨਹੀਂ ਮਿਲੀ ਹੈਗੀ। ਲੂਜ਼ੀਆਨਾ ਡਿਟੈਂਸ਼ਨ ਸੈਂਟਰ ਦੇ ਵਿੱਚ ਟੈਂਪਰੇਰੀ ਰਿਲੀਜ਼ ਦੀ ਮੰਗ ਕੀਤੀ ਗਈ ਸੀ ਇਸ ਦੇ ਜਿਹੜੇ ਵਕੀਲਾਂ ਦੇ ਦੁਆਰਾ ਵੀ ਉਹਦੀ ਵਾਈਫ ਜੋ ਕਿ ਜਨਮ ਦੇ ਰਹੀ ਆ, ਮਹਿਮੂਦ ਖਲੀਲ ਨੂੰ ਉੱਥੇ ਜਾਣ ਦੀ ਇਜਾਜ਼ਤ ਮਿਲੇ, ਜਨਮ ਮਿਲੇ, ਉੱਥੇ ਉਹ ਹੋਵੇ। ਪਰ ਕਹਿੰਦੇ ਵੀ ਆਈਸ ਵਾਲਿਆਂ ਨੇ ਉਸ ਦੀ ਇਸ ਦਰਖਾਸਤ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਆ। ਇਹ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਗ੍ਰੀਨ ਕਾਰਡ ਹੋਲਡਰ ਤੇ ਅਮਰੀਕਨ ਸਿਟੀਜ਼ਨ ਦੇ ਨਾਲ ਇਹ ਵਰਤਾਰਾ ਜਿਹੜਾ ਉਹ ਵਾਪਰਿਆ। ਤੁਸੀਂ ਆਪ ਹਿਸਾਬ ਲਾ ਲਓ ਵੀ ਬਾਕੀਆਂ ਦੇ ਨਾਲ ਇਹ ਕੀ ਵਤੀਰਾ ਜਿਹੜਾ ਉਹ ਕਰ ਸਕਦੇ ਹੋਣਗੇ। ਨੋ ਡਾਊਟ ਜਿਹੜੇ ਪ੍ਰੋ ਪੈਲਸਟੀਨ ਡੈਮੋਸਟ੍ਰੇਸ਼ਨ ਨੂੰ ਲੈ ਕੇ, ਫੋਰਨ ਪਾਲਿਸੀ ਨੂੰ ਲੈ ਕੇ ਜਿਹੜੀ ਇਸ ਟਾਈਮ ਟਰੰਪ ਪ੍ਰਸ਼ਾਸਨ ਉਹ ਆਪਣੇ ਦੰਦ ਬਹੁਤ ਤਿੱਖੇ ਜਿਹੜੇ ਉਹ ਕਰੀ ਬੈਠਾ ਆ। ਜਿੱਦਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਸੀਗਾ, ਕਹਿੰਦੇ ਵੀ ਉਸ ਦਾ ਗ੍ਰੀਨ ਕਾਰਡ ਸਟੇਟਸ ਵੀ ਉਸ ਤੋਂ ਖੋਹ ਲਿਆ ਗਿਆ ਸੀ ਤੇ 1300 ਮੀਲ ਦੂਰ ਲੂਜ਼ੀਆਨਾ ਦੇ ਵਿੱਚ ਨਿਊਯਾਰਕ ਤੋਂ ਗ੍ਰਿਫਤਾਰ ਕਰਕੇ, ਨਿਊ ਜਰਸੀ ਤੋਂ ਗ੍ਰਿਫਤਾਰ ਕਰਕੇ, ਉਧਰੋਂ ਨਿਊਯਾਰਕ ਤੋਂ ਗ੍ਰਿਫਤਾਰ ਕਰਕੇ ਲੂਜ਼ੀਆਨਾ ਦੇ ਵਿੱਚ ਜਿਹੜਾ ਉਸ ਨੂੰ ਉਦੋਂ ਦਾ ਡੱਕਿਆ ਹੈਗਾ ਆ ਤੇ ਅਜੇ ਵੀ ਵਾਪਸ ਜਿਹੜਾ ਉਸ ਨੂੰ ਨਹੀਂ ਲਿਆਂਦਾ ਗਿਆ ਤੇ ਆਪਣੇ ਮੁੰਡੇ ਦੇ ਜਨਮ ਮੌਕੇ ਵੀ ਉਸ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੀ, ਤੇ ਆਪਾਂ ਇਜਾਜ਼ਤ ਲਈਏ? ਜੀ ਬਿਲਕੁਲ ਹਰਜੋਤ ਸਿੰਘ ਜੀ, ਇਜਾਜ਼ਤ ਜਿਹੜੀ ਉਹ ਆਪਾਂ ਲੈਂਦੇ ਹਾਂ ਤੇ ਜੁੜੇ ਰਿਹਾ ਕਰੋ ਪੰਜਾਬੀ ਰੇਡੀਓ USA ਨਾਲ। ਸਾਡੇ ਸਾਰੇ ਸੋਸ਼ਲ ਮੀਡੀਆ ਚੈਨਲਸ ਦੇ ਜ਼ਰੀਏ, YouTube, Facebook ਦੇ ਜ਼ਰੀਏ। ਜਿਹੜੇ ਪੰਜਾਬ ਦੇ ਵਿੱਚ ਨੇ ਉੱਥੇ ਪੰਜਾਬੀ ਰੇਡੀਓ USA ਨੂੰ ਬੈਨ ਕੀਤਾ, ਪਰ ਉੱਥੇ ਆਪਣਾ ਪੰਜਾਬੀ TV USA ਜਿਹੜਾ ਚੈਨਲ ਆ YouTube ਤੇ Facebook ਦੋਨੋਂ ਹੀ ਉੱਥੇ ਔਨ ਨੇ, ਅਜੇ ਤੱਕ ਔਨ ਨੇ। ਬਾਕੀ ਦੇਖੋ ਕਿੱਦਾਂ ਆ ਤੇ ਉੱਥੇ ਜਿਹੜੇ ਉਹ ਜੁੜ ਸਕਦੇ ਆ। ਬਾਕੀ ਤੁਸੀਂ ਸਾਨੂੰ TikTok ਤੇ Instagram ਦੇ ਉੱਤੇ ਸਾਰੇ ਸੋਸ਼ਲ ਮੀਡੀਆਜ਼ ਦੇ ਉੱਤੇ ਜਿਹੜਾ ਤੁਸੀਂ ਫੋਲੋ ਕਰ ਸਕਦੇ ਆ। ਸਾਡੀ ਵੈਬਸਾਈਟ ਦੇ ਜ਼ਰੀਏ, ਐਪ ਦੇ ਜ਼ਰੀਏ ਤੁਸੀਂ ਸਾਡੇ ਨਾਲ ਜਿਹੜਾ ਉਹ ਜੁੜੋ ਤੇ ਆਪਣੀ ਗੱਲਬਾਤ, ਆਪਣੇ ਵਿਚਾਰ, ਆਪਣੀ ਫੀਡਬੈਕ ਜਿਹੜੀ ਉਹ ਜ਼ਰੂਰ ਘੱਲਦੇ ਰਿਹਾ ਕਰੋ ਤੇ ਵੱਧ ਤੋਂ ਵੱਧ ਟਰਾਈ ਕਰੋ ਆਪਣੇ ਨਾਲ, ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਨਵੇਂ ਅਮਰੀਕਾ 'ਚ ਜਿਹੜੇ ਆਏ ਲੋਕ ਆ ਜਾਂ ਹੋਰ ਜਿੱਥੇ ਵੀ ਕਿਤੇ ਰਹਿੰਦੇ ਹੋ, ਜਿੱਥੇ ਵੀ ਜਾਂਦੇ ਆ, ਉੱਥੇ ਪੰਜਾਬੀ ਰੇਡੀਓ USA ਦੇ ਨਾਲ ਉਹਨਾਂ ਨੂੰ ਜੋੜੋ। ਐਪ ਡਾਊਨਲੋਡ ਜਿਹੜੀ ਉਹਨਾਂ ਤੋਂ ਜ਼ਰੂਰ ਕਰਵਾਓ। ਹੁਣ ਲੈਂਦੇ ਜਿਹੜੇ ਕੱਲ ਮਿਸ ਕਰ ਗਏ ਕੈਲੀਫੋਰਨੀਆ ਦਾ ਜਿਹੜਾ SV ਬਿੱਲ ਆ 509 ਨੂੰ ਲੈ ਕੇ ਸੈਕਰਾਮੈਂਟੋ ਦੇ ਵਿੱਚ ਸੀਗਾ, ਆਪਣੇ ਕਾਫੀ ਭੈਣ ਭਰਾ ਪਹੁੰਚੇ ਸੀ, ਉਹਨਾਂ ਸਾਰਿਆਂ ਦਾ ਧੰਨਵਾਦ। ਬਾਕੀ ਜਿਹੜੇ ਨਹੀਂ ਪਹੁੰਚ ਸਕੇ ਉਹ ਵੀਡੀਓਜ਼ ਤੁਸੀਂ ਪੰਜਾਬੀ ਰੇਡੀਓ USA ਦੇ Facebook ਤੇ YouTube ਤੇ ਦੇਖ ਸਕਦੇ ਹੋ। ਜੀ ਬਿਲਕੁਲ, ਅੱਜ ਜਿਹੜੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉੱਥੋਂ ਦੀਆਂ ਅਪਡੇਟਸ ਆ
ਉਹ ਤੁਹਾਡੇ ਲਈ ਜਿਹੜੀਆਂ ਉੱਥੇ ਪੇਸ਼ ਹੋਣਗੀਆਂ। ਸੋ ਸਾਰੇ ਹੀ ਸਾਡੇ ਜਿਹੜੇ ਸੋਸ਼ਲ ਮੀਡੀਆ ਚੈਨਲਸ ਆ ਉਸ ਦੇ ਜ਼ਰੀਏ। ਹੁਣ ਲੈਂਦੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।